क्यों भारत आना पिया सी और उस समय की हालात सीगे जदों आए सी? तालिबान ने काबुल कंधार जलालाबाद ते कब्जा कर लिया सी ते उन्हां नूं कढण वास्ते रशिया ने उन्हां ते हमला कीता सी। उदों बड़ा तगड़ा युद्ध होया सी 1992 दे विचकार ते उदों दी असीं अपणीਆਂ जानां बचा करके एक दो महीने गुरुद्वारियां दी बेसमेंट 'ਚ असीं अपने आप नूं लुकाया सी। हौली हौली सरकारां ने मिलटरी दीयां गड्डियां थारी सानूं कढिया ते उत्थों बिठाया सानूं गड्डियां दे विचकार कईयां नूं रोटी विचकार सुੱਟਦੇ गए रस्तियां दे विचकार सानूं रोटी मिली नहीं मिली दो तीन तीन दिन असीं सफ़र करते रहे हैं। लाशां डिग्गियां सी कोई समझ नहीं आ रही कौन मरिया अपना मरिया बगाना मरिया मतलब इन्नी दहशत जिहड़ी सी ना दहशत सानूं असीं दस नहीं सकते भी जिहड़ी दहशत सी कि भी आपां जिंदे आवांगे भी कि नहीं भी आवांगे। ये देश 1992 च भी तबाह होया सी ते माड़ा माड़ा देश थोड़ा सैट होया सी। अज वो देश फिर ਜਿਹੜੇ देश का कोई प्रधानमंत्री राष्ट्रपति पद छड़ के चल जाए उसकी जनता कितों सुरक्षित हो सकती है तो वो समा दोबारा अज उस अफगानिस्तान पर आ गया वा। ਉੱਥੇ ਤੁਸੀਂ ਰਹਿੰਦੇ ਸੀਗੇ ਤਾਂ ਉੱਥੇ ਕਿਸੇ ਤਰੀਕੇ ਦਾ ਕੋਈ ਵਿਤਕਰਾ ਜਾਂ ਜਿਵੇਂ ਮੰਨ ਲਓ ਤਾਲਿਬਾਨ ਦੇ ਲੋਕ ਆਉਂਦੇ ਹੋਣਗੇ ਉਦੋਂ ਵੀ ਸੁਰੱਖਿਆ ਨੂੰ ਲੈ ਕੇ ਥੋੜਾ ਡਰ ਸਹਿਮ ਮਨਾਂ ਦੇ ਵਿੱਚ ਰਹਿੰਦਾ ਸੀਗਾ? ਸਾਡੀਆਂ ਧੀਆਂ ਭੈਣਾਂ ਬਾਹਰ ਨਹੀਂ ਜਾ ਸਕਦੀਆਂ ਸੀ। ਅੱਜ ਕੋਈ ਸਾਡੀ ਧੀ ਭੈਣ ਕੋਈ ਸੌਦਾ ਲੈਣ ਬਾਹਰ ਜਾਂਦੀ ਹੈ ਜੇ ਐਕਟਿਵਾ ਚਲਾਉਂਦੀ ਹੈ ਬਿਲਕੁਲ ਜੀ ਸਦਕੇ ਜਾ ਸਕਦੀ ਹੈ, ਉੱਥੇ ਨਹੀਂ ਜਾ ਸਕਦੀ ਸੀ। ਉੱਥੇ ਤਾਂ ਸਾਡੇ ਮਰਦ ਜਿਹੜੇ ਇੱਕ ਦੋ ਜਿੰਨੀ ਦੇਰ ਇੱਕ ਮਰਦ ਦੇ ਨਾਲ ਦੋ ਮਰਦ ਹੋਰ ਨਾ ਹੋਣ ਤੇ ਉਹ ਵੀ ਬਾਜ਼ਾਰ ਨਹੀਂ ਜਾਂਦੇ ਸਨ, ਇਕੱਲਾ ਮਰਦ ਵੀ ਨਹੀਂ ਜਾਂਦਾ ਸੀ। ਸਾਡੇ ਕੁਝ ਸਮੇਂ ਜਿਹੜੇ ਰਿਸ਼ਤੇਦਾਰ ਸਾਡੇ ਨਾਲ ਆਏ ਸਨ ਉਹ ਅੱਜ ਵੀ ਕੋਈ ਲੰਡਨ 'ਚ ਹੈ ਕੋਈ ਕੈਨੇਡਾ 'ਚ ਹੈ, ਸਾਡਾ ਉਹਨਾਂ ਨਾਲ ਗੱਲਬਾਤਾਂ ਹੁੰਦੀਆਂ ਰਹਿੰਦੀਆਂ ਨੇ। ਮਤਲਬ ਚੰਗੀ ਜ਼ਿੰਦਗੀ ਉੱਥੇ ਜੀ ਰਹੇ ਨੇ ਯੂਕੇ 'ਚ ਕੈਨੇਡਾ 'ਚ ਲੰਡਨ 'ਚ ਅਮਰੀਕਾ 'ਚ। ਅਸੀਂ ਇੱਥੇ ਹੀ ਆਏ ਕਿਉਂਕਿ ਸਾਡਾ ਮੁਲਕ ਹੀ ਇਹੀ ਹੈ। ਸਾਨੂੰ ਇਹ ਕੋਈ ਚੀਜ਼ ਦੀ ਨਾਰਾਜ਼ਗੀ ਹੈ ਪਰ ਸਰਕਾਰ ਤੋਂ ਵੀ ਲਗਾਤਾਰ ਅੱਜ 30 ਸਾਲ ਹੋ ਗਏ ਅਸੀਂ ਵੀਜ਼ਾ ਤੋਂ ਵੀਜ਼ਾ ਰਿਨਿਊ ਕਰਦੇ ਜਾ ਰਹੇ ਹਾਂ ਤੇ ਹਰ ਸਾਲ ਅਸੀਂ ਸਿਟੀਜ਼ਨਸ਼ਿਪ ਅਪਲਾਈ ਵੀ ਕਰਦੇ ਹਾਂ। ਕੋਈ 7 ਸਾਲ ਤੋਂ ਬਾਅਦ ਸਿਟੀਜ਼ਨਸ਼ਿਪ ਦਾ ਰੂਲ ਹੋ ਜਾਂਦਾ ਵੀ ਸਿਟੀਜ਼ਨਸ਼ਿਪ ਮਿਲਣੀ ਚਾਹੀਦੀ ਹੈ ਲੇਕਿਨ ਨਹੀਂ, ਅਸੀਂ ਫਿਰ 15 ਸਾਲ 20 ਸਾਲ ਵੀਜ਼ਾ ਲਿੱਤਾ ਫਿਰ ਅਸੀਂ ਸਿਟੀਜ਼ਨਸ਼ਿਪ ਅਪਲਾਈ ਕੀਤੀ। ਕੇਸ ਜਾਂਦਾ ਰਹਿੰਦਾ ਹੈ ਡੀਸੀ ਦਫ਼ਤਰ ਤੋਂ ਫੂਟਾ ਹੋ ਕੇ ਚੰਡੀਗੜ੍ਹ ਜਾਂਦਾ ਹੈ, ਚੰਡੀਗੜ੍ਹ ਤੋਂ MHA ਜਾਂਦਾ ਹੈ ਹੋਮ ਮਿਨਿਸਟਰੀ ਆਫ ਦਿੱਲੀ, ਉੱਥੋਂ ਕੇਸ ਵਾਪਸ ਆ ਜਾਂਦਾ ਹੈ ਵੀ ਤੁਹਾਡੇ ਇਨਕੁਆਇਰੀ ਪੁਰਾਣੀ ਹੋ ਗਈ ਹੈ ਤੁਹਾਡੀ ਪੁਲਿਸ ਰਿਪੋਰਟ ਪੁਰਾਣੀ ਹੋ ਗਈ ਹੈ ਤੇ ਤੋਂ 6 ਮਹੀਨੇ ਕੇਸ ਜਾਂਦਾ ਨਹੀਂ ਹੈਗਾ। ਹੁਣ ਤਸਕੀਰਾ ਤੇ ਤਾਲਿਬਾਨਾਂ ਕੋਲ ਜਾ ਕੇ ਲਵਾਂਗੇ ਜੇ ਜਾਂ ਤਾਂ ਇਸ ਤਰ੍ਹਾਂ ਕਰਨ ਸਾਨੂੰ ਸਪੈਸ਼ਲ ਜਹਾਜ਼ ਕਰਕੇ ਦੇਣ ਤੇ ਅਸੀਂ ਤਸਕਰਾ ਬਣਾਉਣ ਚੱਲ ਜਨੇ ਉੱਥੇ ਜੇ ਜਿੰਦੇ ਆ ਜਾਣਗੇ ਤਾਂ ਤੁਹਾਨੂੰ ਤਸਕਰਾ ਦੇ ਦੇਣਗੇ ਨਹੀਂ ਤਾਂ ਉੱਥੇ ਮਰ ਜਾਵਾਂਗੇ। ਤੁਹਾਨੂੰ ਦਿਖ ਰਿਹਾ ਵੀ ਕੀ ਚੱਲ ਰਿਹਾ ਹੈ। ਉੱਥੇ ਦਾ ਰਾਸ਼ਟਰਪਤੀ ਆਪਣਾ ਅਹੁਦਾ ਛੱਡ ਕੇ ਚਲਾ ਗਿਆ ਉੱਥੋਂ ਦੀ ਐਮਬੈਸੀ ਤੋਂ ਮੈਂ ਕਿੱਦਾਂ ਕੰਮ ਕਰਾਵਾਂਗਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ। ਹਾਲਾਤ ਦਿਨੋਂ ਦਿਨ ਬਦ ਤੋਂ ਬੱਤਰ ਹੁੰਦੇ ਦਿਖਾਈ ਦੇ ਰਹੇ ਨੇ। ਬਹੁਤ ਸਾਰੇ ਅਫਗਾਨੀ ਸਿੱਖ ਭਾਰਤ ਪਹੁੰਚ ਰਹੇ ਨੇ ਆਪਣੀਆਂ ਜਾਨਾਂ ਬਚਾ ਕੇ। ਤਾਂ ਕੁਝ ਸਾਲ ਪਹਿਲਾਂ ਵੀ ਜਦੋਂ ਅਜਿਹੇ ਹਾਲਾਤ ਅਫਗਾਨਿਸਤਾਨ ਦੇ ਵਿੱਚ ਬਣੇ ਸੀ ਤਾਂ ਪ੍ਰਵਾਸ ਕੀਤਾ ਸੀਗਾ ਬਹੁਤ ਸਾਰੇ ਸਿੱਖਾਂ ਦੇ ਵੱਲੋਂ ਵੀ ਭਾਰਤ ਵੱਲ। ਤਾਂ ਉਹਨਾਂ ਵਿੱਚੋਂ ਇੱਕ ਸੀਗੇ ਸੂਰਬੀਰ ਸਿੰਘ ਜੋ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ। ਇਹਨਾਂ ਨੇ ਉਸ ਦੌਰ ਨੂੰ ਵੀ ਦੇਖਿਆ ਔਰ ਅੱਜ ਤੋਂ ਕਈ ਸਾਲ ਪਹਿਲਾਂ ਭਾਰਤ ਆਉਣ ਤੋਂ ਬਾਅਦ ਇੱਥੇ ਆ ਕੇ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ। ਸੂਰਬੀਰ ਸਿੰਘ ਸਾਡੇ ਨਾਲ ਨੇ। ਸੂਰਬੀਰ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਕਿਉਂ ਭਾਰਤ ਆਉਣਾ ਪਿਆ ਸੀ ਔਰ ਉਸ ਸਮੇਂ ਕੀ ਹਾਲਾਤ ਸੀਗੇ ਜਦੋਂ ਆਏ ਸੀ? ਪਹਿਲਾਂ ਜੀ ਧੰਨਵਾਦ ਤੁਹਾਡਾ ਜੀ ਹਮਦਰਦ ਚੈਨਲ ਵਾਲਿਆਂ ਦਾ ਜੀ। ਤੇ ਅਸੀਂ ਕੋਈ ਸਮਾਂ ਸੀ ਪਹਿਲਾਂ ਜੀ ਉਦੋਂ ਅਸੀਂ ਅੱਜ ਤੋਂ ਕੁਝ 25 ਸਾਲ ਪਹਿਲਾਂ 1992 ਦੇ ਵਿਚਕਾਰ ਅਸੀਂ ਆਪਣੇ ਮਾਪਿਓ ਨਾਲ ਅਫਗਾਨਿਸਤਾਨ ਤੋਂ ਇੱਥੇ ਪਰਤੇ ਸਾਂ। ਉਦੋਂ ਇਸ ਤਰ੍ਹਾਂ ਦਾ ਕੋਈ ਸਮਾਂ ਆ ਗਿਆ ਸੀ ਕਿ ਤਾਲਿਬਾਨ ਨੇ ਕਾਬੁਲ ਕੰਧਾਰ ਜਲਾਲਾਬਾਦ 'ਤੇ ਕਬਜ਼ਾ ਕਰ ਲਿਆ ਸੀ ਤੇ ਉਹਨਾਂ ਨੂੰ ਕੱਢਣ ਵਾਸਤੇ ਰਸ਼ੀਆ ਨੇ ਉਹਨਾਂ 'ਤੇ ਹਮਲਾ ਕੀਤਾ ਸੀ। ਤੇ ਉਦੋਂ ਬੜਾ ਤਗੜਾ ਯੁੱਧ ਹੋਇਆ ਸੀ 1992 ਦੇ ਵਿਚਕਾਰ ਤੇ ਉਦੋਂ ਦੀ ਅਸੀਂ ਆਪਣੀਆਂ ਜਾਨਾਂ ਬਚਾ ਕਰਕੇ ਇੱਕ ਦੋ ਮਹੀਨੇ ਗੁਰਦੁਆਰਿਆਂ ਦੀ ਬੇਸਮੈਂਟ 'ਚ ਅਸੀਂ ਆਪਣੇ ਆਪ ਨੂੰ ਲੁਕਾਇਆ ਸੀ। ਕੁਝ ਘਰ ਤੱਕ ਨਹੀਂ ਗਏ, ਨਾ ਰੋਟੀ ਖਾਣ ਗਏ ਨਾ ਕੁਝ ਕੀਤਾ। ਅਸੀਂ ਘੱਟੋ ਘੱਟ 50-100 ਘਰ ਸਿੱਖ ਹਿੰਦੂ ਗੁਰਦੁਆਰੇ ਦੀ ਬੇਸਮੈਂਟ 'ਚ ਆਪਣਿਆਂ ਨੂੰ ਜਾਨਾਂ ਬਚਾ ਕੇ ਫਸੇ ਸਾਂ। ਫਿਰ ਕੋਈ ਥੋੜ੍ਹਾ ਜੰਗ ਸ਼ਾਂਤ ਹੋਈ, ਜੰਗੀ ਦੀ ਸ਼ਾਂਤੀ ਆਈ ਤੇ ਹੌਲੀ ਹੌਲੀ ਸਰਕਾਰਾਂ ਨੇ ਮਿਲਟਰੀ ਦੀਆਂ ਗੱਡੀਆਂ ਥਾਰੀ ਸਾਨੂੰ ਕੱਢਿਆ ਤੇ ਉੱਥੋਂ ਬਿਠਾਇਆ ਸਾਨੂੰ ਗੱਡੀਆਂ ਦੇ ਵਿਚਕਾਰ ਕਈਆਂ ਨੂੰ ਰੋਟੀ ਵਿਚਕਾਰ ਸੁੱਟਦੇ ਗਏ ਰਸਤਿਆਂ ਦੇ ਵਿਚਕਾਰ ਸਾਨੂੰ ਰੋਟੀ ਮਿਲੀ ਨਹੀਂ ਮਿਲੀ ਦੋ ਤਿੰਨ ਤਿੰਨ ਦਿਨ ਅਸੀਂ ਸਫ਼ਰ ਕਰਦੇ ਰਹੇ ਹਾਂ। ਮਤਲਬ ਨਾ ਸਾਡੇ ਚੰਗੇ ਕੱਪੜੇ ਸੀ ਨਾ ਸਾਡੇ ਪੈਰਾਂ 'ਚ ਜੁੱਤੀਆਂ ਸੀ, ਕਈਆਂ ਦੇ ਸਿਰਾਂ 'ਤੇ ਪੱਗਾਂ ਵੀ ਨਹੀਂ ਸੀ। ਇਹੋ ਜਿਹਾ ਮਾਹੌਲ ਅੱਜ ਦੁਬਾਰਾ ਸਾਡੇ ਸਾਹਮਣੇ ਆਇਆ ਤੇ ਸਾਨੂੰ ਸਾਡਾ ਪੁਰਾਣਾ ਸਮਾਂ ਯਾਦ ਆ ਰਿਹਾ ਜੀ। ਸੂਰਬੀਰ ਜੀ, ਇਸੇ ਤਰੀਕੇ ਦਾ ਜਿੱਦਾਂ ਦੀਆਂ ਅੱਜ ਤਸਵੀਰਾਂ ਆਪਾਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹਾਂ ਜਾਂ ਨਿਊਜ਼ ਚੈਨਲਸ ਦੇ ਉੱਤੇ ਦੇਖ ਰਹੇ ਹਾਂ, ਇਹੀ ਤਸਵੀਰਾਂ ਸੀਗੀਆਂ? ਉਮਰ ਕਿੰਨੀ ਸੀ ਤੁਹਾਡੀ ਉਦੋਂ? ਉਦੋਂ ਮੇਰੀ ਉਮਰ ਸੀ 9-10 ਸਾਲ ਦੀ ਮੇਰੀ ਉਮਰ ਸੀ ਜੀ। ਮੇਰੇ ਡੈਡੀ ਜੀ ਮੈਨੂੰ ਦੱਸਦੇ ਹੁੰਦੇ ਸੀ ਕਿ ਮੈਂ ਤੁਹਾਨੂੰ ਗੱਡੀਆਂ 'ਚ ਬਿਠਾ ਰਿਹਾ ਸੀ ਮਿਲਟਰੀ ਵਾਲਿਆਂ ਦੀ ਤੇ ਮੇਰੀ ਤਾਂ ਸਗੋਂ ਪੱਗ ਵੀ ਡਿੱਗੀ ਸੀ, ਹੈਲੀਕਾਪਟਰ ਆ ਰਹੇ ਸੀ, ਜਹਾਜ਼ ਐਂ ਆ ਰਹੇ ਸੀ। ਮਤਲਬ ਬਹੁਤ ਹੀ ਮਾਹੌਲ ਸਮਾਂ ਲਾਸ਼ਾਂ ਡਿੱਗੀਆਂ ਸੀ, ਕੋਈ ਸਮਝ ਨਹੀਂ ਆ ਰਹੀ ਕੌਣ ਮਰਿਆ ਆਪਣਾ ਮਰਿਆ ਬਗਾਨਾ ਮਰਿਆ। ਮਤਲਬ ਇੰਨੀ ਦਹਿਸ਼ਤ ਜਿਹੜੀ ਸੀ ਨਾ ਦਹਿਸ਼ਤ
ਸਾਨੂੰ ਅਸੀਂ ਦੱਸ ਨਹੀਂ ਸਕਦੇ ਵੀ ਜਿਹੜੀ ਦਹਿਸ਼ਤ ਸੀ ਕਿ ਵੀ ਆਪਾਂ ਜਿੰਦੇ ਆਵਾਂਗੇ ਵੀ ਕਿ ਨਹੀਂ ਵੀ ਆਵਾਂਗੇ। ਇਹ ਤਾਂ ਚਲੋ ਪਰਮਾਤਮਾ ਦਾ ਸ਼ੁਕਰ ਹੈ, ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਕਿ ਭਾਰਤ ਸਰਕਾਰ ਨੇ ਸਾਨੂੰ ਸਹੀ ਸਲਾਮਤ ਉੱਥੋਂ ਇੱਥੇ ਕੱਢਿਆ ਵਾ ਤੇ ਸਾਨੂੰ ਇੱਥੇ ਰੱਖਿਆ ਵਾ। ਇਹ ਤੇ ਬਹੁਤ ਸ਼ੁਕਰਾਨਾ ਵਾ ਤੇ ਪਰਮਾਤਮਾ ਦਾ ਤੇ ਭਾਰਤ ਸਰਕਾਰ ਦਾ। ਅੱਛਾ, ਇੱਥੇ ਦੀਆਂ ਦਿੱਕਤਾਂ ਬਾਰੇ ਵੀ ਤੁਹਾਡੀਆਂ ਗੱਲ ਜ਼ਰੂਰ ਕਰਾਂਗੇ, ਪਰ ਥੋੜ੍ਹਾ ਜਿਹਾ ਉੱਥੇ ਦਾ ਮਾਹੌਲ ਜਾਣਨਾ ਚਾਹੂੰਗਾ। ਜਦੋਂ ਭਾਈਚਾਰਾ ਉੱਥੇ ਰਹਿੰਦਾ ਹੈ ਤਾਂ ਉੱਥੇ ਕਿੱਦਾਂ ਦਾ ਮਾਹੌਲ ਹੁੰਦਾ ਹੈ? ਜਦੋਂ ਤਾਲੀਬਾਨ ਆਉਣੇ ਸ਼ੁਰੂ ਹੋ ਗਏ ਉਸ ਤੋਂ ਪਹਿਲਾਂ ਕਿਵੇਂ ਉੱਥੇ ਰਹਿਣ ਬਸਰ ਹੁੰਦਾ ਹੈ, ਕਿਵੇਂ ਗੁਜ਼ਾਰਾ ਚੱਲਦਾ? ਦੇਖੋ ਜੀ, ਤਾਲਿਬਾਨ ਤਾਂ ਪਹਿਲੇ ਹੈਗੇ ਨਹੀਂ ਸੀ। ਪਹਿਲਾਂ ਤਾਂ ਜਿਹੜੇ ਉੱਥੇ ਦੇ ਅਫਗਾਨੀ ਲੋਕ ਨੇ ਜਾਂ ਸਿੱਖ ਹਿੰਦੂ, ਅਸੀਂ ਬੜੀ ਚੰਗੀ ਤਰ੍ਹਾਂ ਜੀਵਨ ਬਤੀਤ ਕੀਤਾ ਉਹਨਾਂ ਨਾਲ। ਅਸੀਂ ਕੋਈ ਸਮਾਂ ਮਾੜਾ ਨਹੀਂ ਕੱਢਿਆ, ਉਹਨਾਂ ਨੇ ਵੀ ਸਾਡੇ ਨਾਲ ਚੰਗਾ ਸਮਾਂ ਬਤੀਤ ਕੀਤਾ ਵਾ। ਇੱਕ ਚੰਗਾ ਇਨਸਾਨ ਜਿਹੜਾ ਹੁੰਦਾ ਉਹਦੀ ਕੋਈ ਕੌਮ ਜਾਤ ਨਹੀਂ ਹੁੰਦੀ, ਉਹ ਸਾਡੇ ਨਾਲ ਬਹੁਤ ਚੰਗੇ ਬਤੀਤ ਕੀਤੇ ਆ। ਇਹਦੇ ਵਿੱਚ ਕੌਮ ਨਹੀਂ ਕਿਸੇ 'ਚ ਦੇਖਿਆ ਗਿਆ ਸੀ। ਲੇਕਿਨ ਜਿਹੜਾ ਇੱਕ ਮਾੜਾ ਇਨਸਾਨ ਆ, ਭਾਵੇਂ ਉਹ ਕੋਈ ਵੀ ਹੈ, ਲੇਕਿਨ ਜਦੋਂ ਕੋਈ ਮਾੜਾ ਇਨਸਾਨ ਆ ਜਾਂਦਾ ਨਾ ਤਾਂ ਉਹ ਦੇਸ਼ ਦੀ ਬਰਬਾਦੀ ਆ ਜਾਂਦੀ ਹੈ। ਤੇ ਇਹਦੇ 'ਚ ਹੁਣ ਇਸ ਟਾਈਮ ਕੋਈ ਇਹੋ ਜਿਹਾ ਮਾੜਾ ਸਮਾਂ ਬੰਦੇ 'ਚ ਆ ਗਿਆ ਜਿਹੜਾ ਦੇਸ਼ ਨੂੰ ਤਬਾਹ ਵਬਾਹ ਕਰਤਾ ਵਾ। ਇਹ ਦੇਸ਼ 1992 'ਚ ਵੀ ਤਬਾਹ ਹੋ ਗਿਆ ਸੀ ਤੇ ਮਾੜਾ ਦੇਸ਼ ਥੋੜ੍ਹਾ ਸੈੱਟ ਹੋਇਆ ਸੀ। ਅੱਜ ਉਹ ਦੇਸ਼ ਫੇਰ, ਜਿਹੜੇ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਪਦ ਛੱਡ ਕੇ ਚੱਲ ਜੇ, ਉਹਦੀ ਜਨਤਾ ਕਿੱਥੋਂ ਸੁਰੱਖਿਅਤ ਹੋ ਸਕਦੀ ਹੈ? ਤੇ ਉਹ ਸਮਾਂ ਦੁਬਾਰਾ ਅੱਜ ਉਸ ਅਫਗਾਨਿਸਤਾਨ 'ਤੇ ਆ ਗਿਆ ਵਾ ਕਿ ਲੋਕਾਂ ਨੂੰ ਕੁਝ ਸਮਝ ਨਹੀਂ ਆ ਰਹੀ ਹੈ ਕਿ ਕੀ ਕਰੀਏ, ਇੱਥੇ ਰਹੀਏ, ਵਾਪਸ ਜਾਈਏ, ਕਿੱਧਰ ਜਾਈਏ, ਤੇ ਕੁਝ ਨਹੀਂ ਸਮਝ ਆ ਰਿਹਾ। ਕੁਝ ਸਾਡੇ ਸਿੱਖ ਲੋਕ ਹਿੰਦੂ ਇੱਥੇ ਫਸੇ ਨੇ ਅੱਜ ਵੀ। ਹਾਂ, ਜ਼ਰੂਰ ਤਾਲਿਬਾਨ ਨੇ ਉਹਨਾਂ ਨੂੰ ਕਿਹਾ ਵਾ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਅਸੀਂ ਰਹਿਣਾ ਚਾਹੁੰਦੇ ਹੋ ਤਾਂ ਰਹਿ ਸਕਦੇ ਹੋ, ਅਗਰ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ। ਲੇਕਿਨ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਆਪਣੇ ਮੁਲਕ ਹੀ ਆ ਜਾਣ, ਕਿਉਂਕਿ ਸਮਾਂ ਮਾਹੌਲ ਕੁਝ ਪਤਾ ਨਹੀਂ ਚੱਲਦਾ। ਅਸੀਂ ਉਹ ਮਾਹੌਲ ਨੂੰ ਦੇਖਦੇ ਹੋਏ, ਕਿਉਂਕਿ ਦੁਸ਼ਮਣੀ ਕਿਸੇ ਨਾਲ ਨਹੀਂ ਹੁੰਦੀ, ਲੇਕਿਨ ਸਮੇਂ 'ਚ ਜਾਂਦੇ ਹੋਏ ਗੱਡੀ ਦੇ ਵਿਚਕਾਰ ਬਲਾਸਟ ਹੋ ਜਾਏ, ਕੀ ਪਤਾ ਕੌਣ ਮਰਿਆ ਕੌਣ ਜਿੰਦਾ ਵਾ। ਅਸੀਂ ਤਾਂ ਕਹਿੰਦੇ ਆਪਣੇ ਮੁਲਕ ਹੀ ਆ ਜਾਣ ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਉਹਨਾਂ ਨੂੰ ਜਲਦ ਤੋਂ ਜਲਦ ਆਪਣੇ ਭਾਰਤ ਲਿਆਇਆ ਜਾਵੇ। ਉੱਥੇ ਤੁਸੀਂ ਰਹਿੰਦੇ ਸੀਗੇ ਤਾਂ ਉੱਥੇ ਕਿਸੇ ਤਰੀਕੇ ਦਾ ਕੋਈ ਵਿਤਕਰਾ ਜਾਂ ਜਿਵੇਂ ਮੰਨ ਲਓ ਤਾਲੀਬਾਨ ਦੇ ਲੋਕ ਆਉਂਦੇ ਹੋਣਗੇ, ਉਦੋਂ ਵੀ ਸੁਰੱਖਿਆ ਨੂੰ ਲੈ ਕੇ ਥੋੜ੍ਹਾ ਡਰ ਸਹਿਮ ਮਨਾਂ ਦੇ ਵਿੱਚ ਰਹਿੰਦਾ ਸੀਗਾ, ਸਾਡੀਆਂ ਧੀਆਂ ਭੈਣਾਂ ਦੀ ਸੁਰੱਖਿਆ ਨੂੰ ਲੈ ਕੇ? ਹਾਂ ਬਿਲਕੁਲ ਸਰ, ਧੀਆਂ ਭੈਣਾਂ ਨੂੰ ਤਾਂ ਇਸ ਤਰ੍ਹਾਂ ਸੀ, ਸਾਡੀਆਂ ਧੀਆਂ ਭੈਣਾਂ ਬਾਹਰ ਨਹੀਂ ਜਾ ਸਕਦੀਆਂ ਸੀ। ਅੱਜ ਕੋਈ ਸਾਡੀ ਧੀ ਭੈਣ ਕੋਈ ਸੌਦਾ ਲੈਣ ਬਾਹਰ ਜਾਂਦੀ ਹੈ, ਜੇ ਐਕਟਿਵਾ ਚਲਾਉਂਦੀ ਹੈ, ਬਿਲਕੁਲ ਜੀ ਸਦਕੇ ਜਾ ਸਕਦੀ ਹੈ, ਉੱਥੇ ਨਹੀਂ ਜਾ ਸਕਦੀ ਸੀ। ਉੱਥੇ ਤਾਂ ਸਾਡੇ ਮਰਦ ਜਿਹੜੇ ਇੱਕ ਦੋ, ਜਿੰਨੀ ਦੇਰ ਇੱਕ ਮਰਦ ਦੇ ਨਾਲ ਦੋ ਮਰਦ ਹੋਰ ਨਾ ਹੋਣ ਤੇ ਉਹ ਵੀ ਬਾਜ਼ਾਰ ਨਹੀਂ ਜਾਂਦੇ ਸਨ, ਇਕੱਲਾ ਮਰਦ ਵੀ ਨਹੀਂ ਜਾਂਦਾ ਸੀ। ਤੇ ਮਤਲਬ ਕੁਝ ਨਾ ਕੁਝ ਹੈਗਾ ਸੀ ਸਾਡੇ ਦਿਲਾਂ 'ਚ ਡਰ ਵੀ ਉਹ ਮੁਲਕ ਸਾਡਾ ਨਹੀਂ ਸੀ। ਤੇ ਉਹ ਦਿਲਾਂ 'ਚ ਸਾਡੇ ਡਰ ਸੀ ਕਿ ਸਾਡੇ ਨਾਲ ਵਿਖਰੇਵਾ ਕੀਤਾ ਜਾਂਦਾ ਵਾ ਵੀ ਇਹ ਮੁਲਕ ਇਹਨਾਂ ਦਾ ਨਹੀਂ ਹੈਗਾ। ਉਹ ਤਰੀਕੇ ਨਾਲ ਸਾਡੇ ਨਾਲ ਕੋਈ ਲੋਕ ਕਰਦੇ ਸਨ ਜ਼ਰੂਰ, ਲੇਕਿਨ ਇੱਥੇ ਜਦੋਂ ਦੇ ਅਸੀਂ ਆਏ ਹਾਂ ਸਾਡੇ ਨਾਲ ਇਹ ਵਿਖਰੇਵਾ ਇੱਥੇ ਨਹੀਂ ਕੀਤਾ ਗਿਆ। ਉੱਥੇ ਕਾਰੋਬਾਰ ਸੀਗਾ ਤੁਹਾਡਾ, ਕੰਮਕਾਰ ਸੀ? ਹਾਂ ਬਿਲਕੁਲ ਸਰ, ਕਾਰੋਬਾਰ ਸੀ, ਚੰਗਾ ਕਾਰੋਬਾਰ ਸੀ, ਚੰਗਾ ਘਰ ਸੀ ਸਾਡਾ, ਚੰਗਾ ਰਹਿਣ ਸਹਿਣ ਸੀ। ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਅਸੀਂ ਉੱਥੋਂ ਰਹਿਣ ਵਾਲੇ ਹਾਂ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਾਬਲ ਕੰਧਾਰ ਤੇ ਜਿੱਤ ਪ੍ਰਾਪਤ ਕੀਤੀ ਸੀ, ਉਦੋਂ ਦੇ ਸਾਡੇ ਸਿੱਖ ਜਿਹੜੇ ਹਿੰਦੂ ਉੱਥੇ ਰਹਿ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਜਿੱਤ ਪ੍ਰਾਪਤ ਕੀਤੀ ਸੀ, ਹੁਣ ਸਮਾਂ ਬਦਲ ਚੁੱਕਿਆ ਹੈ। ਪੰਜਾਬ ਵੱਖਰਾ ਹੋ ਗਿਆ, ਅਫਗਾਨਿਸਤਾਨ ਵੱਖਰਾ ਹੋ ਗਿਆ ਵਾ। ਹੁਣ ਅਫਗਾਨਿਸਤਾਨ ਵੱਖਰਾ ਹੋਣ ਦੇ ਨਾਲ ਨਾਲ ਤੇ ਤਾਲਿਬਾਨ ਨੇ ਵੀ ਕਬਜ਼ਾ ਕਰ ਲਿਆ, ਸਰਕਾਰਾਂ ਵੀ ਉੱਥੋਂ ਦੀ ਚਲੇ ਗਈਆਂ ਵਾ। ਤੇ ਉੱਥੇ ਮੈਂ ਨਹੀਂ ਲੱਗਦਾ ਵੀ ਸਾਡਾ ਭਾਰਤੀ ਹਿੰਦੂ ਕੋਈ ਸੇਫ ਹੋਏਗਾ। ਹਾਂ, ਮੈਂ ਤੇ ਸੁਰੱਖਿਆ ਦੀ ਬਹੁਤ ਜ਼ਿਆਦਾ ਚਿੰਤਾ ਹੈ ਨਾ, ਅਜੇ ਵੀ ਸਾਡੇ ਬਹੁਤ ਸਾਰੇ ਵੀਰ ਭਰਾ ਉੱਥੇ ਫਸੇ ਵੀ। ਬਿਲਕੁਲ, ਅੱਜ ਮੈਂ ਤੇ ਬਹੁਤ ਸਾਡੇ ਵੀਰ ਭਰਾ ਜਿਹੜੇ ਗੁਰੂ ਧਾਮਾਂ ਨੂੰ ਲੈ ਕੇ ਉੱਥੇ ਫਸੇ ਹੋਏ ਨੇ, ਗੁਰੂ ਧਾਮਾਂ ਨੂੰ ਛੱਡਣਾ ਨਹੀਂ ਚਾਹੁੰਦੇ ਨੇ। ਮੈਂ ਤੇ ਚਲੋ ਇਹੀ ਕਹਿਣਾ ਚਾਹੁੰਦਾ ਵਾਂ ਵੀ ਹਿੰਦੂ ਦਾ ਮੰਦਿਰ ਤੇ ਸਰਦਾਰਾਂ ਦੇ ਗੁਰਦੁਆਰੇ ਸਾਹਿਬਾਂ ਨੂੰ ਨਾਲ ਲੈ ਕੇ ਇੱਥੇ ਲਿਆਇਆ ਜਾਏ, ਉਹਨਾਂ ਨੂੰ ਵੀ ਲੈ ਗੁਰੂ ਸਾਹਿਬਾਂ ਨੂੰ ਅਰਦਾਸ ਕਰਕੇ ਉਹਨਾਂ ਨੂੰ ਵੀ ਨਾਲ ਲਿਆਂਦਾ ਜਾਵੇ ਤੇ ਆਪ ਹੀ ਆਪਣੇ ਆਪ ਨੂੰ ਲਿਆਂਦਾ ਜਾਵੇ ਇੱਥੇ, ਕਿਉਂਕਿ ਉੱਥੇ ਸਾਡੀਆਂ ਕੌਮ ਨਹੀਂ ਗਈ, ਉੱਥੇ ਉਹ ਸਾਡਾ ਮੁਲਕ ਨਹੀਂ ਹੈਗਾ। ਸੂਰਬੀਰ ਜੀ, ਉੱਥੇ ਯਾਦ ਤਾਂ ਆਉਂਦੀ ਹੋਊਗੀ ਫਿਰ ਵੀ, ਜਿੱਥੇ ਜਨਮ ਭੂਮੀ ਹੋਵੇ ਇਨਸਾਨ ਦੀ, ਕਦੀ ਬੰਦਾ ਉਹਨੂੰ ਭੁੱਲਦਾ ਨਹੀਂ ਹੈ। ਉਤੋਂ ਸਾਡੇ ਗੁਰੂ ਸਾਹਿਬਾਨਾਂ ਦੀ ਧਰਤੀ ਵੀ ਆ ਉਹ, ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਅੱਜ ਵੀ ਮਨਾਂ ਦੇ ਵਿੱਚ ਖਿਆਲ ਤਾਂ ਆਉਂਦਾ ਹੋਊਗਾ ਵੀ ਸਾਡੇ ਘਰ ਸੀਗੇ, ਉੱਥੇ ਜਾਣ ਨੂੰ ਦਿਲ ਕਰ, ਕਿਸੇ ਦਾ ਇਨਸਾਨ ਦਾ ਦਿਲ ਨਹੀਂ ਕਰਦਾ ਘਰ ਛੱਡਣ ਲਈ। ਬਿਲਕੁਲ ਜੀ, ਸਭ ਤੋਂ ਪਹਿਲੇ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਮੁਲਕ ਕੋਈ ਵੀ ਹੋਵੇ, ਇੱਕ ਸ਼ਖਸੀਅਤ ਦੀ ਸਹੀ ਜ਼ਿੰਦਗੀ ਜੀਣੀ ਹੁੰਦਾ ਵਾ, ਲੇਕਿਨ ਸਾਡਾ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਦੁਆਰੇ ਸਾਰੇ ਉੱਥੇ ਹੀ ਨੇ। ਤੇ ਜਿਹੜੇ ਸ਼ਿਵ ਸ਼ਨੀ ਮੰਦਿਰ ਹੈ, ਇਤਿਹਾਸਕ ਸ਼ਨੀ ਮੰਦਿਰ ਹੈ, ਉਹ ਵੀ ਉੱਥੇ ਆ। ਤੇ ਜਿਹੜੇ ਸਾਡੇ ਗੁਰੂ ਨਾਨਕ ਸਾਹਿਬ ਜੀ ਗੁਰੂ ਹਰਿਰਾਏ ਸਾਹਿਬ ਗੁਰਦੁਆਰਾ ਵਾ, ਇਤਿਹਾਸਕ ਗੁਰਦੁਆਰਾ, ਤੇ ਕਾਬੁਲ ਕੰਧਾਰ ਦੇ ਵਿੱਚ ਬਹੁਤ ਗੁਰਦੁਆਰੇ ਨੇ। ਤੇ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਛੱਡ ਸਕਦੇ ਸਾਂ? ਚਲੋ ਅਸੀਂ ਮੁੱਲ ਦੇ ਕੇ ਅਸੀਂ ਛੱਡ ਆਏ ਹਾਂ। ਅੱਜ ਵੀ ਸਾਡੇ ਕੁਝ ਲੋਕ ਉੱਥੇ ਫਸੇ ਨੇ ਜਿਹੜੇ ਗੁਰੂ ਸਾਹਿਬਾਨਾਂ ਦੇ ਕਰਕੇ ਨਹੀਂ ਛੱਡ ਸਕਦੇ, ਪਰ ਮੈਂ ਤਾਂ ਇਹੀ ਕਹਾਂਗਾ ਵੀ ਗੁਰੂ ਸਾਹਿਬਾਂ ਨੂੰ ਨਾਲ ਲਿਆਂਦਾ ਜਾਵੇ, ਨਾਲ ਇੱਥੇ ਹੀ ਲਿਆ ਜਾਂਦਾ ਜਾਵੇ। ਜੀ ਕੋਈ ਹੈ ਰਿਸ਼ਤੇਦਾਰ ਕੋਈ ਦੂਰ ਪਾਰੋਂ, ਕੋਈ ਅਜੇ ਵੀ ਉੱਥੇ ਜਿਹੜਾ ਤੁਹਾਡੇ ਜਾਣ ਪਛਾਣ ਦੇ ਵਿੱਚ ਹੋਵੇ, ਜੋ ਉੱਥੇ ਦੇ ਹਾਲਾਤ ਤੁਹਾਨੂੰ ਕਿਸੇ ਨੇ ਗੱਲ? ਦੇਖੋ ਜੀ, ਸਾਡੇ ਰਿਸ਼ਤੇਦਾਰ ਤਾਂ ਕੋਈ ਵੀ ਨਹੀਂ ਹੈਗੇ, ਲੇਕਿਨ ਮੈਂ ਟੀਵੀ 'ਚ ਦੇਖ ਰਿਹਾ 4-5 ਦਿਨ ਹੋ ਗਏ, ਬਹੁਤ ਲੋਕ ਫਸੇ ਹੋਏ ਨੇ ਉੱਥੇ, ਜਹਾਜ਼ਾਂ ਨਾਲ ਲਟਕੇ ਹੋਏ ਨੇ, ਮਰ ਰਹੇ ਨੇ। ਸਾਨੂੰ ਤਾਂ ਆਪਣਾ ਸਮਾਂ ਯਾਦ ਆ ਚੁੱਕਿਆ ਹੈ। ਲੇਕਿਨ
ਸਾਡੇ ਕੁਝ ਸਮੇਂ ਜਿਹੜੇ ਰਿਸ਼ਤੇਦਾਰ ਸਾਡੇ ਨਾਲ ਆਏ ਸਨ, ਉਹ ਅੱਜ ਵੀ ਕੋਈ ਲੰਡਨ 'ਚ ਹੈ, ਕੋਈ ਕੈਨੇਡਾ 'ਚ ਹੈ, ਸਾਡਾ ਉਹਨਾਂ ਨਾਲ ਗੱਲਬਾਤਾਂ ਹੁੰਦੀਆਂ ਰਹਿੰਦੀਆਂ ਨੇ। ਮਤਲਬ ਚੰਗੀ ਜ਼ਿੰਦਗੀ ਉੱਥੇ ਜੀ ਰਹੇ ਨੇ, ਯੂਕੇ 'ਚ, ਕੈਨੇਡਾ 'ਚ, ਲੰਡਨ 'ਚ, ਅਮਰੀਕਾ 'ਚ। ਉਦੋਂ ਜਦੋਂ ਅਸੀਂ ਨਿਕਲੇ ਸਾਂ ਸਾਡੇ ਨਾਲ ਬਹੁਤ ਸਾਰੀਆਂ ਫੈਮਲੀਆਂ ਜਿਹੜੀਆਂ ਸਿੰਧੀ ਸਨ, ਹਿੰਦੂ ਸਨ ਤੇ ਸਿੱਖ ਸਨ, ਬਹੁਤ ਸਾਰੀਆਂ ਫੈਮਲੀਆਂ ਸਨ। ਉਦੋਂ ਤਾਂ ਬਹੁਤ ਜ਼ਿਆਦਾ ਹਜ਼ਾਰਾਂ ਲੋਕ ਸਨ, ਅੱਜ ਤੱਕ ਕੁਝ ਗਿਣਤੀ ਦੇ ਸੈਂਕੜੇ 'ਚ ਰਹਿ ਗਏ, ਉਹਨਾਂ ਤਾਂ ਹਜ਼ਾਰਾਂ ਦੇ ਸਨ ਜਦੋਂ ਪਹਿਲੇ ਅਫਗਾਨਿਸਤਾਨ 'ਚ। ਉਹਦੇ ਸਾਰੇ ਸੈੱਟ ਹੋ ਗਏ ਹੋਏ ਨੇ, ਲੇਕਿਨ ਨਹੀਂ, ਅਸੀਂ ਇੱਥੇ ਹੀ ਆਏ ਕਿਉਂਕਿ ਸਾਡਾ ਮੁਲਕ ਹੀ ਇਹੀ ਹੈ, ਸਾਡਾ ਭਾਰਤ ਮੁਲਕ ਸੀ ਸਾਡਾ। ਤੇ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵਾਂ ਜਿਹੜੇ ਸਾਡੇ ਲੋਕ ਉੱਥੇ ਫਸੇ ਨੇ, ਭਾਵੇਂ ਜਿੰਨੀ ਮਰਜ਼ੀ ਵਾਰੀ ਰਸਤੇ ਕੈਨੇਡਾ ਤੇ ਲੰਡਨ ਦੀ ਸਰਕਾਰ ਖੋਲ੍ਹਦੀ ਹੈ, ਪਰ ਨਹੀਂ, ਮੈਂ ਤੇ ਕਹਾਂਗਾ ਸਾਡਾ ਭਾਰਤ ਮੁਲਕ ਹੈ, ਇੱਥੇ ਹੀ ਸਾਡੇ ਜਿਹੜੀ ਕੌਮ ਹੈ, ਇੱਥੇ ਹੀ ਸਾਡੀ ਸ਼ਖਸੀਅਤ ਹੈ, ਇੱਥੇ ਹੀ ਆਉਣ ਤੇ ਭਾਰਤ ਸਰਕਾਰ ਵੀ ਉਹਨਾਂ ਨੂੰ ਇੱਥੇ ਲਿਆਵੇ। ਸੂਰਬੀਰ ਜੀ, ਜ਼ੁਬਾਨ ਉੱਥੋਂ ਦੀ ਅੱਜ ਵੀ ਯਾਦ ਹੈ, ਜੋ ਉੱਥੇ ਭਾਸ਼ਾ ਅੱਜ ਵੀ ਬੋਲ ਲੈਂਦੇ ਹੋ? ਹਾਂਜੀ ਹਾਂਜੀ, ਉਹ ਤੇ ਜੋ ਸਾਡੇ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹੀ, ਉਹ ਤੇ ਸਾਡੀ ਜ਼ਬਾਨਾਂ 'ਚ ਹੈਗੀ ਹੈ। ਹਾਂਜੀ ਹਾਂਜੀ, ਇੱਥੇ ਆ ਕੇ ਵੀ ਵਿਸਰੀ ਨਹੀਂ? ਬਿਲਕੁਲ ਜੀ, ਬਿਲਕੁਲ ਬਿਲਕੁਲ। ਅੱਛਾ ਸੂਰਬੀਰ ਜੀ, ਉਧਰੋਂ ਇੱਧਰ ਆ ਗਏ ਸੀਗੇ, ਬਹੁਤ ਇੱਕ ਮਨ ਦੇ ਵਿੱਚ ਖਿਆਲ ਵੀ ਹੋਊਗਾ ਉੱਥੇ ਜੀਵਨ ਬਸਰ ਵਧੀਆ ਹੋ ਜਾਊਗਾ, ਉੱਥੇ ਦੀ ਜਿਹੜੀ ਹੈ ਆਵਾਮ ਸਾਨੂੰ ਕਬੂਲ ਲਏਗੀ, ਸਰਕਾਰਾਂ ਕਬੂਲ ਲੈਣਗੀਆਂ। ਤੁਸੀਂ ਬੀਤੇ ਦਿਨੀ ਕੱਲ੍ਹ ਇੱਕ ਪ੍ਰੋਟੈਸਟ ਵੀ ਕੀਤਾ ਆਪਣੀ ਮਾਤਾ ਜੀ ਦੇ ਨਾਲ, ਤੁਹਾਡੇ ਮਾਤਾ ਜੀ ਵੀ ਬਿਮਾਰ ਨੇ, ਕੀ ਕਾਰਨ ਸੀਗਾ ਉਸ ਪ੍ਰੋਟੈਸਟ ਦਾ? ਦੇਖੋ ਜੀ, ਸਭ ਤੋਂ ਪਹਿਲੇ ਤੇ ਮੈਂ ਭਾਰਤ ਸਰਕਾਰ ਦਾ ਪਹਿਲੇ ਵੀ ਕਹਿੰਦਾ ਆਇਆ ਵਾਂ, ਪਹਿਲੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਕਹੀਦਾ। ਤੇ ਸਾਨੂੰ ਇਸ ਮੁਲਕ ਨੇ 25 ਸਾਲ 30 ਸਾਲ ਰੱਖਿਆ ਵਾ, ਚੰਗੀ ਜ਼ਿੰਦਗੀ ਦਿੱਤੀ ਹੈ, ਚੰਗੀ ਕੌਮ ਦਿੱਤੀ ਹੈ, ਚੰਗੀ ਇੱਜ਼ਤ ਦਿੱਤੀ ਹੈ, ਚੰਗੀ ਰਹਿਣ ਸਹਿਣ ਹੈ, ਚੰਗਾ ਖਾਣ ਪੀਣ ਹੈ, ਕੋਈ ਚੀਜ਼ ਦੀ ਕਮੀ ਨਹੀਂ ਹੈ। ਉਲਟਾ ਸਾਨੂੰ ਪੰਜਾਬ ਪੁਲਿਸ ਤੋਂ ਵੀ ਬੜੀ ਖੁਸ਼ੀ ਹੈ, ਸਾਡੇ ਤੇ ਪੁੱਛਦੇ ਰਹਿੰਦੇ ਵੀ ਤੁਹਾਨੂੰ ਕੋਈ ਤੰਗੀ ਪਰੇਸ਼ਾਨੀ ਤਾਂ ਸਾਨੂੰ ਦੱਸਿਆ ਜਾਵੇ। ਮੈਂ ਕਹਿੰਦਾ ਬਹੁਤ ਖੁਸ਼ ਹਾਂ, ਲੇਕਿਨ ਸਾਨੂੰ ਇਹ ਕੋਈ ਚੀਜ਼ ਦੀ ਨਾਰਾਜ਼ਗੀ ਹੈ ਪਰ ਸਰਕਾਰ ਤੋਂ ਵੀ ਲਗਾਤਾਰ ਅੱਜ 30 ਸਾਲ ਹੋ ਗਏ ਅਸੀਂ ਵੀਜ਼ਾ ਤੋਂ ਵੀਜ਼ਾ ਰਿਨਿਊ ਕਰਦੇ ਜਾ ਰਹੇ ਹਾਂ ਤੇ ਹਰ ਸਾਲ ਅਸੀਂ ਸਿਟੀਜ਼ਨਸ਼ਿਪ ਅਪਲਾਈ ਵੀ ਕਰਦੇ ਹਾਂ। ਕੋਈ 7 ਸਾਲ ਤੋਂ ਬਾਅਦ ਸਿਟੀਜ਼ਨਸ਼ਿਪ ਦਾ ਰੂਲ ਹੋ ਜਾਂਦਾ ਵੀ ਸਿਟੀਜ਼ਨਸ਼ਿਪ ਮਿਲਣੀ ਚਾਹੀਦੀ ਹੈ, ਲੇਕਿਨ ਨਹੀਂ, ਅਸੀਂ ਫਿਰ 15 ਸਾਲ 20 ਸਾਲ ਵੀਜ਼ਾ ਲਿੱਤਾ, ਫਿਰ ਅਸੀਂ ਸਿਟੀਜ਼ਨਸ਼ਿਪ ਅਪਲਾਈ ਕੀਤੀ। ਕੇਸ ਜਾਂਦਾ ਰਹਿੰਦਾ ਹੈ, ਡੀਸੀ ਦਫ਼ਤਰ ਤੋਂ ਪੁੱਟਾ ਪਾ ਕੇ ਚੰਡੀਗੜ੍ਹ ਜਾਂਦਾ ਹੈ, ਚੰਡੀਗੜ੍ਹ ਤੋਂ MHA ਜਾਂਦਾ ਹੈ, ਹੋਮ ਮਿਨਿਸਟਰੀ ਆਫ ਦਿੱਲੀ, ਉੱਥੋਂ ਕੇਸ ਵਾਪਸ ਆ ਜਾਂਦਾ ਹੈ ਵੀ ਤੁਹਾਡੇ ਇਨਕੁਆਇਰੀ ਪੁਰਾਣੀ ਹੋ ਗਈ ਹੈ, ਤੁਹਾਡੀ ਪੁਲਿਸ ਰਿਪੋਰਟ ਪੁਰਾਣੀ ਹੋ ਗਈ ਹੈ, ਤੇ ਤੋਂ 6-6 ਮਹੀਨੇ ਕੇਸ ਜਾਂਦਾ ਨਹੀਂ ਹੈਗਾ। ਤੇ ਉਹਦੇ ਵਿਚਕਾਰ ਸਾਡੀ ਕੀ ਦੋਸ਼ ਹੈ? ਮੈਂ 1 ਸਾਲ ਕੀਤਾ, 2 ਸਾਲ ਕੀਤਾ, 3 ਸਾਲ ਕੀਤਾ, ਹੱਦ ਮੈਂ 7-8 ਸਾਲ ਕੀਤਾ, ਮੇਰੇ ਪੈਸੇ ਵੀ ਲੱਗੇ ਨੇ, ਲੇਕਿਨ ਮੈਂ ਵੀ ਹੌਸਲਾ ਹਾਰ ਚੁੱਕਿਆ ਵਾਂ। ਚਲੋ ਮੈਂ ਫਿਰ ਵੀਜ਼ਾ ਲੈ ਰਿਹਾ ਵਾਂ। ਹੁਣ ਪਿਛਲੇ ਦਿਹਾਤੇ ਸਾਡਾ ਵੀਜ਼ਾ 6 ਮਹੀਨੇ ਹੋ ਗਏ ਖਤਮ ਹੋਇਆ ਵਾ। ਪਹਿਲੇ ਤਾਂ ਕੋਵਿਡ ਸੀ, ਕੋਵਿਡ-19 ਸੀ, ਫਿਰ ਵੀ ਮੈਂ ਕੋਵਿਡ-19 ਦੇ ਵਿੱਚ ਘਰ ਦਿੱਲੀ ਗਿਆ, ਅਫਗਾਨਿਸਤਾਨ ਐਮਬੈਸੀ ਗਿਆ, ਕਿਉਂਕਿ ਇਹਨਾਂ ਨੇ ਰੂਲ ਕੱਢ ਦਿੱਤਾ ਹੋਇਆ ਵਾ MHA ਵਾਲਿਆਂ ਨੇ, ਹੋਮ ਮਿਨਿਸਟਰੀ ਵਾਲਿਆਂ ਨੇ, ਵੀ ਜੇ ਤੁਸੀਂ ਪਾਸਪੋਰਟ ਰੀਨਿਊ ਕਰੋਗੇ ਤਦ ਤੁਹਾਨੂੰ ਵੀਜ਼ਾ ਮਿਲੇਗਾ। ਜਦ ਕਿ ਸਾਨੂੰ 25 ਸਾਲ ਹੋ ਗਏ ਵੀਜ਼ਾ ਪਹਿਲੇ ਇਸ ਤਰ੍ਹਾਂ ਹੀ ਦਿੰਦੇ ਸੀ ਬਿਨਾਂ ਪਾਸਪੋਰਟ ਤੋਂ, ਕਿਉਂਕਿ ਅਸੀਂ ਤਾਂ ਦੁਬਾਰਾ ਜਾਣਾ ਨਹੀਂ, ਸਾਡਾ ਮੁਲਕ ਹੀ ਇਹੀ ਹੈ। ਚਲੋ ਤੁਹਾਡਾ ਰੂਲ ਹੈ, ਮੰਨਦੇ ਹਾਂ, ਸਰਕਾਰਾਂ ਦੇ ਕਾਨੂੰਨ ਹੈ, ਅਸੀਂ ਕਾਨੂੰਨ ਤੋਂ ਨਹੀਂ ਕਰਦੇ ਹਾਂ, ਅਸੀਂ ਲੈ ਰਹੇ ਵੀਜ਼ਾ, ਲੇਕਿਨ ਉਹਨਾਂ ਨੇ ਕਾਨੂੰਨ ਬਦਲ ਦਿੱਤਾ ਵਾ ਵੀ ਪਾਸਪੋਰਟ ਰੀਨਿਊ ਕਰੋਗੇ ਤਾਂ ਤਦ ਹੀ ਤੁਹਾਨੂੰ ਵੀਜ਼ਾ ਮਿਲੇਗਾ। ਚਲੋ ਜੀ, ਕਾਨੂੰਨ ਹੈ, ਉਸ ਤੋਂ ਬਗੈਰ ਨੈਸ਼ਨਲਿਟੀ ਵੀ ਨਹੀਂ ਮਿਲੇਗੀ, ਅਸੀਂ ਮੰਨਦੇ ਹਾਂ। ਅਸੀਂ ਉਹਦੇ ਲਈ ਭਾਈ ਦੌੜ ਕੀਤੀ, 2-3 ਮਹੀਨੇ ਹੋ ਗਏ, 4 ਮਹੀਨੇ ਹੋ ਗਏ, ਮੈਂ ਅਫਗਾਨਿਸਤਾਨ ਐਮਬੈਸੀ 2-4 ਵਾਰੀ ਗਿਆ, ਕੋਵਿਡ-19 'ਚ ਵੀ ਗਿਆ। ਉਹਨਾਂ ਨੇ ਕਿਹਾ ਸਰ ਇਹਦੇ ਲਈ ਤਸਕੀਰਾ ਬਣਾਉਣਾ ਪਏਗਾ। ਤਸਕੀਰਾ ਹੁੰਦਾ ਇੱਕ ਆਧਾਰ ਕਾਰਡ ਹੁੰਦਾ ਅਫਗਾਨਿਸਤਾਨ ਦਾ, ਉਹ ਬਣ ਕੇ ਆਉਂਦਾ ਉੱਥੋਂ ਅਫਗਾਨਿਸਤਾਨ ਤੋਂ। ਚਲੋ ਕਦੀ ਜੀ ਉਹਨਾਂ ਨੇ ਮੇਰੇ ਪਿੱਛੇ ਜੀ ਕਿਹਾ ਵੀ ਤੁਹਾਨੂੰ ਆਪ ਜਾਣਾ ਪੈਣਾ ਵਾ। ਮੈਂ ਕਿਹਾ ਮੈਂ ਕਿੱਦਾਂ ਜਾਵਾਂਗਾ, ਉਦੋਂ ਕੋਵਿਡ-19 ਸੀ। ਮੈਂ ਕਿਹਾ ਰਸਤੇ ਵੀ ਬੰਦ ਨੇ, ਬਾਰਡਰ ਵੀ ਬੰਦ ਹੈ, ਇਹਦਾ ਮਸਲਾ ਤੁਸੀਂ ਹੱਲ ਕਰੋ। ਚਲੋ ਐਮਬੈਸੀ ਵਾਲੇ ਕਹਿੰਦੇ ਅਸੀਂ ਤੁਹਾਡੇ ਉੱਥੇ ਪਛਾਣ ਕੱਢਾਂਗੇ ਵੀ ਤੁਹਾਡੀ ਪਛਾਣ ਉੱਥੇ ਹੈਗੀ ਕਿ ਨਹੀਂ। ਚਲੋ ਜੀ, ਜਾਂਦੇ ਰਹੇ, ਕਾਗਜ਼ ਜਾਂਦੇ ਰਹੇ, ਮੇਰਾ ਤੇ ਮੇਰੇ ਭਰਾ ਦਾ ਤਸਕੀਰਾ ਬਣ ਚੁੱਕਿਆ। ਤੇ ਪਿੱਛੇ ਫਿਰ ਮੈਨੂੰ ਫੋਨ ਆ ਗਿਆ FRO ਵਾਲੇ, ਤੇ ਕੀ ਕਰ ਰਹੇ ਹੋ? ਮੈਂ ਕਿਹਾ ਸਰ ਮੇਰਾ ਕੰਮ ਚੱਲ ਰਿਹਾ। ਕਹਿੰਦਾ ਕੋਈ ਲੈਟਰ ਤੇ ਦਿਓ। ਮੈਂ ਲੈਟਰ ਵੀ ਲਿਖ ਕੇ ਦੇਤੀ ਉਹਨਾਂ ਨੂੰ ਵੀ ਸਰ ਕੋਈ ਕੋਵਿਡ-19 ਹੈ, ਕੁਝ ਥੋੜ੍ਹਾ ਜਿਹਾ ਸਮਾਂ ਸਹੀ ਹੋ ਜਾਏਗਾ ਤੇ ਮੈਂ ਤੁਹਾਨੂੰ ਲੈਟਰ ਦੇ ਰਿਹਾ ਵਾਂ, ਜਦੋਂ ਮੇਰੇ ਕਾਗਜ਼ ਬਣ ਜਾਣਗੇ ਮੈਂ ਤੁਹਾਡੇ ਕੋਲ ਵੀਜ਼ਾ ਲੈ ਲਾਂਗਾ ਤੇ ਮੈਂ ਤੁਹਾਡੇ ਕੋਲ ਹਰ ਸਾਲ ਇੱਦਾਂ ਮੈਂ ਐਤਕੀ ਵੀ ਲਵਾਂਗਾ। ਤੁਸੀਂ ਸਾਡੀ ਹੈਲਪ ਕੀਤੀ, ਬਹੁਤ ਮਿਹਰਬਾਨੀ, 6 ਮਹੀਨੇ ਹੋ ਗਏ ਤੁਸੀਂ ਸਾਡੀ ਗੱਲ ਨੂੰ ਮੰਨਿਆ ਹੈ। ਬਿਲਕੁਲ ਜੀ। ਫਿਰ ਮੈਂ ਦੁਬਾਰਾ ਗਿਆ, ਉਹ ਕਹਿੰਦੇ ਵੀ ਸਰ ਉੱਥੇ ਹਲੇ ਕੁਝ ਥੋੜ੍ਹਾ ਹੋ ਗਿਆ। ਫਿਰ ਪਿਛਲੇ ਦਿਹਾਤੇ ਮੁਲਕ ਖਰਾਬ ਹੋ ਗਿਆ। ਹੁਣ ਜਿਹੜੀ ਸਰਕਾਰ ਆਪਣਾ ਉਹਦਾ ਛੱਡ ਕੇ ਭੱਜ ਜਾਵੇ, ਉੱਥੇ ਦੀ ਸਰਕਾਰ ਦਾ ਕੰਮ ਮੇਰਾ ਕਿੱਥੋਂ ਹੋ ਜਾਏਗਾ? ਜਿੱਥੋਂ ਦੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੇ ਆਪਣਾ ਉਹਦਾ ਹੀ ਛੱਡਤਾ ਤੇ ਉਹਦੀ ਐਮਬੈਸੀ ਕਿੱਥੋਂ ਕੰਮ ਕਰੇਗੀ? ਹੁਣ ਤਸਕੀਰਾ ਮੇਰਾ ਉੱਥੋਂ ਕਿੱਥੋਂ ਬਣ ਕੇ ਆ ਜਾਏਗਾ? ਹੁਣ ਤਸਕੀਰਾ ਤੇ ਤਾਲਿਬਾਨਾਂ ਕੋਲ ਜਾ ਕੇ ਲਵਾਂਗੇ। ਜੇ ਜਾਂ ਤੇ ਇਸ ਤਰ੍ਹਾਂ ਕਰਨ, ਸਾਨੂੰ ਸਪੈਸ਼ਲ ਜਹਾਜ਼ ਕਰਕੇ ਦੇਣ ਤੇ ਅਸੀਂ ਤਸਕੀਰਾ ਬਣਾਉਣ ਚੱਲ ਜਨੇ ਉੱਥੇ। ਜੇ ਜਿੰਦੇ ਆ ਜਾਣਗੇ ਤਾਂ ਤੁਹਾਨੂੰ ਤਸਕੀਰਾ ਦੇ ਦਾਂਗੇ, ਨਹੀਂ ਤਾਂ ਉੱਥੇ ਮਰ ਜਾਾਂਗੇ। ਹੋਰ ਕੀ ਕਰਾਂਗੇ? ਹੁਣ ਕੀ ਕਹਿ ਰਹੇ ਨੇ ਤੁਹਾਨੂੰ ਵੀ ਦੇਸ਼ ਛੱਡ ਦਿਓ? ਮੈਂ ਕੱਲ੍ਹ ਅਸੀਂ ਗਏ ਸਾਂ, ਸਾਨੂੰ ਫਿਰ 3 ਵਜੇ ਫੋਨ ਆਇਆ FRO ਤੋਂ। ਮੈਂ ਕਿਹਾ ਸਰ ਤੁਹਾਨੂੰ ਪਤਾ ਮਾਹੌਲ ਖਰਾਬ ਹੈਗਾ ਵਾ, ਤੇ ਜਦੋਂ ਮਾਹੌਲ ਠੀਕ ਹੋ ਜਾਏਗਾ ਤੇ ਅਸੀਂ ਬਣਾ ਲਾਂਗੇ ਤਸਕੀਰਾ, ਤੇ ਤੁਹਾਡੇ ਕੋਲ ਵੀਜ਼ਾ ਲੈ ਲਾਂਗੇ। ਨਹੀਂ ਜੋ ਮਰਜ਼ੀ ਕਰੋ, ਅਸੀਂ ਤੁਹਾਡੇ ਇਸ ਗੱਲ ਨਹੀਂ ਮੰਨਦੇ, ਤੁਹਾਨੂੰ ਵੀਜ਼ਾ ਲਿਆਓ।
ਸਾਨੂੰ ਉੱਪਰੋਂ ਆਰਡਰ ਨੇ। ਮੈਂ ਕਿਹਾ ਜੇ ਤੁਹਾਨੂੰ ਸਰ ਉੱਪਰੋਂ ਆਰਡਰ ਹੈ, ਤੁਹਾਨੂੰ ਦਿਖ ਰਿਹਾ ਵਾ, ਲੈਟਰ ਤੁਸੀਂ ਕਿਉਂ ਮੰਗ ਰਹੇ ਹੋ? ਲੈਟਰ ਨੂੰ ਤੁਸੀਂ ਕੀ ਕਰਨਾ? ਤੁਹਾਨੂੰ ਦਿਖ ਰਿਹਾ ਵੀ ਕੀ ਚੱਲ ਰਿਹਾ ਹੈ। ਉੱਥੇ ਦਾ ਰਾਸ਼ਟਰਪਤੀ ਆਪਣਾ ਅਹੁਦਾ ਛੱਡ ਕੇ ਚਲਾ ਗਿਆ, ਉੱਥੋਂ ਦੀ ਐਮਬੈਸੀ ਤੋਂ ਮੈਂ ਕਿੱਦਾਂ ਕੰਮ ਕਰਾਵਾਂਗਾ? ਕਹਿੰਦਾ ਸਾਨੂੰ ਕੋਈ ਮਤਲਬ ਨਹੀਂ ਹੈਗਾ। ਫਿਰ ਮੇਰੀ ਮਾਤਾ ਨੂੰ ਜਦੋਂ ਪਤਾ ਲੱਗਾ, ਫਿਰ ਮੈਨੂੰ ਕਹਿ ਰਿਹਾ ਸੀ ਜੇ ਤੁਸੀਂ ਨਹੀਂ ਕਰਾਓਗੇ ਤਾਂ ਤੁਹਾਨੂੰ ਅਸੀਂ ਵਾਪਸ ਭੇਜ ਦਿਆਂਗੇ। ਮੇਰੀ ਮਾਤਾ ਨੂੰ ਗੁੱਸਾ ਚੜ ਗਿਆ, ਮੇਰੀ ਮਾਤਾ ਉਹਨਾਂ ਕੋਲ ਚਲੀ ਗਈ। ਉਹਨਾਂ ਨੇ ਕਹਿੰਦੀ ਤੁਸੀਂ ਕੀ ਕਹਿੰਦੇ ਹੋ? ਕਹਿੰਦੇ ਵੀਜ਼ਾ ਲਿਓ, ਸਾਨੂੰ ਮਤਲਬ ਨਹੀਂ ਹੈਗਾ। ਮੇਰਾ ਭਰਾ ਤੇ ਉਹ ਅਗਰ FRO ਰਣਜੀਤ ਐਮ ਨੂੰ ਗਏ, ਕਹਿੰਦੇ ਜੋ ਮਰਜ਼ੀ ਹੋਵੇ ਤੁਹਾਨੂੰ ਵੀਜ਼ਾ ਲੈਣਾ ਪਏਗਾ। ਤੇ ਮੈਂ ਕੱਲ੍ਹ ਤੋਂ ਸਗੋਂ ਆਪਣੇ ਆਪ ਨੂੰ ਸੁਸਾਈਡ ਵੀ ਕਰਨ ਚੱਲਿਆ ਸਾਂ। ਤੇ ਮੇਰੇ ਭਰਾ ਨੂੰ ਜਦੋਂ ਗੁੱਸਾ ਚੜ ਗਿਆ, ਕਹਿੰਦੇ ਯਾਰ ਇਹ ਕਿੱਦਾਂ ਦਾ ਮੁਲਕ ਹੈ ਜਿਹੜਾ ਸਾਨੂੰ ਅਪਣਾ ਹੀ ਨਹੀਂ ਰਿਹਾ। ਤੇ ਉਹ ਅੱਜ ਕੱਲ੍ਹ ਨਹੀਂ ਬਰਦਾਸ਼ਤ ਸ਼ਕਤੀ ਕਿਸੇ ਦੀ ਹੈਗੀ। ਉਹਨੂੰ ਇਹ ਗੁੱਸਾ ਚੜ ਗਿਆ ਵੀ ਸਾਡੀ ਕੌਮ ਹੈ, ਅਸੀਂ ਸਿੱਖ ਹਿੰਦੂ ਹੋ ਕੇ ਸਾਨੂੰ ਭਾਰਤ ਸਰਕਾਰ ਨਹੀਂ ਅਪਣਾ ਰਿਹਾ ਤੇ ਬਾਹਰ ਦੇ ਨੂੰ ਕੀ ਅਪਣਾਏਗਾ। ਤੇ ਉਹ ਚਲਾ ਗਿਆ ਉੱਥੇ ਉਹਨਾਂ ਕੋਲ, ਉਹਨਾਂ ਨੂੰ ਕਹਿੰਦਾ ਵੀ ਕੀ ਹਿਸਾਬ ਆ? ਕਹਿੰਦੇ ਜੇ ਵੀਜ਼ਾ ਲਏਗਾ ਠੀਕ ਹੈ, ਨਹੀਂ ਤਾਂ ਤੁਹਾਨੂੰ ਵਾਪਸ ਭੇਜ ਦਿਆਂਗੇ। ਹੁਣ ਤੁਸੀਂ ਦੇਖੋ, ਇੱਕ ਪਾਸੇ ਭਾਰਤ ਸਰਕਾਰ ਹਿੰਦੂਆਂ ਸਿੱਖਾਂ ਨੂੰ ਕਹਿ ਰਹੀ ਇੱਧਰ ਆ ਜਾਓ, ਦੂਜੇ ਪਾਸੇ ਉਹਨਾਂ ਦੀ ਇੱਥੋਂ ਦੇ ਲੋਕ ਕਹਿੰਦੇ ਤੁਸੀਂ ਵਾਪਸ ਜਾਓ, ਤੁਹਾਨੂੰ ਵਾਪਸ ਭੇਜ ਦਿਆਂਗੇ। ਅਸੀਂ ਕਿੱਧਰ ਜਾਈਏ? ਅਸੀਂ ਨਾ ਭਾਰਤ ਦੇ ਗਏ ਹਾਂ ਤਾਂ ਨਾ ਅਫਗਾਨਿਸਤਾਨ ਦੇ ਗਏ ਹਾਂ। ਜੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ, ਅਸੀਂ ਕਿੱਥੇ ਨਹੀਂ ਜਾਣਾ ਚਾਹੁੰਦੇ ਹਾਂ। ਸਾਨੂੰ ਇੱਥੇ ਗੋਲੀ ਮਾਰ ਦਿਓ, ਜੇ ਨਹੀਂ ਆਪਣਾ ਨੇ ਇੱਥੇ ਗੋਲੀ ਮਾਰ ਦਿਓ। ਅਸੀਂ ਅਫਗਾਨੀਆਂ ਦੇ ਤਾਲਿਬਾਨਾਂ ਦੇ ਹੱਥੋਂ ਨਹੀਂ ਮਰਨਾ ਚਾਹੁੰਦੇ ਹਾਂ। ਜੇ ਤੁਸੀਂ ਕਹਿੰਦੇ ਹੋ ਜਾਓ ਤਸਕੀਰਾ ਬਣਾ ਕੇ ਲਿਆਓ, ਸਾਨੂੰ ਕੋਈ ਮਤਲਬ ਨਹੀਂ। ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਤੁਸੀਂ ਬਹੁਤੀ ਗੱਲ ਨਹੀਂ ਵੀਜ਼ਾ ਸਾਡਾ ਲੈ ਰਹੇ, ਤੁਹਾਨੂੰ ਸਿਟੀਜ਼ਨਸ਼ਿਪ ਨਹੀਂ ਦਿੰਦੇ ਹੋ, ਤੇ ਸਾਨੂੰ ਤੁਸੀਂ ਇੱਥੇ ਹੀ ਫਾਂਸੀ ਦੀ ਸਜ਼ਾ ਸੁਣਾ ਦਿਓ ਤੇ ਅਸੀਂ ਤੁਹਾਡੇ ਹੱਥੋਂ ਮਰਨਾ ਮਨਜ਼ੂਰ ਕਰਦੇ ਹਾਂ। ਅਸੀਂ ਅੱਜ ਵੀ ਮੇਰੀ ਮਾਤਾ ਕਹਿੰਦੀ ਹੈ ਕਿ ਕੈਨੇਡਾ ਦੇ ਰਸਤੇ ਖੁੱਲ੍ਹੇ ਨੇ, ਦੂਜੇ ਰਸਤੇ ਖੁੱਲ੍ਹੇ। ਮੈਂ ਮਾਤਾ ਨਾਲ ਰੋਜ਼ ਕਹਿੰਦਾ, ਮਾਤਾ ਜੀ ਰਿਫਿਊਜੀ ਨੂੰ ਲੈ ਰਹੇ ਨੇ ਬਾਹਰ। ਤੇ ਮਾਤਾ ਮੇਰੀ ਕਹਿੰਦੀ ਮੈਂ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬ ਨੂੰ, ਭਾਰਤ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਹਾਂ। ਫਿਰ ਮੈਂ ਜੇ ਤੁਸੀਂ ਇੰਨਾ ਕਰਨਾ ਚਾਹੁੰਦੇ ਤੇ ਫਿਰ ਅਸੀਂ ਵੀ ਮਾਤਾ ਜੀ ਦੀ ਗੱਲ ਨੂੰ ਅਹਿਮਤ ਰੱਖ ਕੇ ਅਸੀਂ ਇਹ ਵੀ ਕਹਿੰਦੇ ਵੀ ਅਸੀਂ ਵੀ ਭਾਰਤੀਆਂ ਦੇ ਹੱਥੋਂ ਮਰਨਾ ਚਾਹੁੰਦੇ ਹਾਂ, ਤਾਲਿਬਾਨਾਂ ਦੇ ਹੱਥੋਂ ਨਹੀਂ ਮਰਨਾ ਚਾਹੁੰਦੇ ਹਾਂ। ਕਿਉਂਕਿ ਉੱਥੇ ਤਾਂ ਹਾਲਾਤ ਹੁਣ ਬਹੁਤ ਜ਼ਿਆਦਾ ਬੱਤਰ ਹੋ ਚੁੱਕੇ ਨੇ। ਅਜਿਹੇ ਹਾਲਾਤਾਂ ਦੇ ਵਿੱਚ ਜਾ ਕੇ ਕੋਈ ਕਾਗਜ਼ੀ ਕੰਮ ਕਰਵਾਉਣਾ ਤਾਂ ਮੈਨੂੰ ਲੱਗਦਾ ਵੀ ਬਹੁਤ ਇੱਕ ਸਿੱਧਾ ਚੈਲੰਜ ਕਰਨ ਵਾਲੀ ਗੱਲ ਹੈ ਮੌਤ। ਬਿਲਕੁਲ ਜੀ, ਬਿਲਕੁਲ। ਪਹਿਲੇ ਤਾਂ ਸਰਕਾਰ ਜੇ ਚਾਹੁੰਦੀ ਹੈ ਵੀ ਨਹੀਂ ਤੁਹਾਨੂੰ ਰੱਖਣਾ ਤੇ ਫਿਰ ਸਾਨੂੰ ਸਪੈਸ਼ਲ ਜਹਾਜ਼ ਕਰੇ ਅਫਗਾਨਿਸਤਾਨ ਦਾ। ਜੇ ਜਿੰਦੇ ਆ ਜਾਾਂਗੇ ਤੇ ਵੀਜ਼ਾ ਦੇ ਦਿਓ, ਨਹੀਂ ਤਾਂ ਉੱਥੇ ਹੀ ਮਰ ਜਾਾਂਗੇ। ਜੇ ਨਹੀਂ ਤੁਸੀਂ ਭੇਜਣਾ ਚਾਹੁੰਦੇ ਤਾਂ ਫਿਰ ਇੱਥੇ ਸਾਨੂੰ ਮਾਰ ਦਿਓ। ਇਹ 6 ਮਹੀਨੇ ਬਾਅਦ ਤੁਹਾਨੂੰ ਵੀਜ਼ਾ ਕਰਵਾਉਣਾ ਪੈਂਦਾ। ਫਿਰ ਉਹਦੇ ਵਾਸਤੇ ਕਿਸ ਤਰੀਕੇ ਦੀਆਂ ਫਾਰਮੈਲਿਟੀਜ਼ ਕਿੱਦਾਂ ਦੀਆਂ ਕਰਾਉਣੀਆਂ ਪੈਂਦੀਆਂ? ਬਹੁਤ ਔਖਾ ਸਮਾਂ ਕੱਢਣਾ ਪੈਂਦਾ। 6 ਮਹੀਨੇ ਬਾਅਦ ਗਵਾਂਢੀਆਂ ਨੂੰ ਗਰੰਟੀ ਭਰਾਉਣੀ ਪੈਂਦੀ ਆ, ਕੌਂਸਲਰ ਦੀ ਸਾਈਨ ਕਰਾਉਣੇ ਪੈਂਦੇ ਆ। ਕੌਂਸਲਰ ਕੋਲ ਜਾਈਏ, ਕੌਂਸਲਰ ਕਹਿੰਦਾ ਤੁਸੀਂ ਰੋਜ਼-ਰੋਜ਼ ਆ ਜਾਂਦੇ ਹੋ, ਰੋਜ਼-ਰੋਜ਼ ਆ ਜਾਂਦੇ ਹੋ। ਮੈਂ ਕਿਹਾ ਸਰ ਹੁਣ ਕੀ ਕਰੀਏ, ਤੁਹਾਡੀ ਠੱਪਾ ਨਹੀਂ ਲੱਗੇਗਾ, ਸਾਨੂੰ ਵੀਜ਼ਾ ਨਹੀਂ ਮਿਲੇਗਾ। ਫਿਰ ਉਸ ਤੋਂ ਬਾਅਦ ਪੁਲਿਸ ਰਿਪੋਰਟ ਹੁੰਦੀ ਹੈ। ਚਲੋ ਪੁਲਿਸ ਵਾਲੇ ਤਾਂ ਉਹਨਾਂ ਦੀ ਇਨਕੁਆਇਰੀ, ਉਹਨਾਂ ਦੇ ਆਪਣਾ ਕਾਨੂੰਨ ਉਹਨਾਂ ਨੇ ਕਰਨਾ ਹੀ ਕਰਨਾ ਵਾ। ਹਾਂ, ਗਰੰਟਰਾਂ ਨੂੰ ਰੋਜ਼-ਰੋਜ਼ ਗਵਾਂਢੀਆਂ ਨੂੰ ਕਹਿੰਦੇ ਯਾਰ ਰੋਜ਼-ਰੋਜ਼ ਮੈਂ ਤੁਹਾਡਾ ਧੁੱਪ 'ਚ ਜਾਵਾਂ ਤੋ ਤੁਹਾਡਾ ਸੁਵਿਧਾ ਸੈਂਟਰ ਫੋਟੋਆਂ ਖਿਚਾਉਣੀਆਂ ਪੈਂਦੀਆਂ ਵਾ। ਉਹ ਵਿਚਾਰੇ ਤੰਗ ਹੋ ਜਾਂਦੇ ਨੇ। ਤੈਨੂੰ ਸਰਕਾਰ ਨਹੀਂ ਅਪਣਾ ਰਹੀ ਹੈ। ਕੀ ਸਰਕਾਰ ਚਾਹੁੰਦੀ ਕਿ 30 ਸਾਲ ਹੋ ਗਏ ਰਿਕਾਰਡ ਕੱਢਿਆ ਜਾਵੇ? 30 ਸਾਲ ਹੋ ਗਏ ਲਗਾਤਾਰ ਅਸੀਂ ਵੀਜ਼ਾ ਲਿੱਤਾ ਹੋਇਆ। ਔਰ ਸਰਕਾਰ ਨੂੰ ਆਪ ਚਾਹੀਦਾ ਵੀ ਰਿਕਾਰਡ ਕੱਢੇ ਵੀ ਇਹਨਾਂ ਨੇ ਮਿਸ ਨਹੀਂ ਕੀਤਾ। ਇਹਨਾਂ ਦੀ ਪੁਲਿਸ ਰਿਪੋਰਟ ਹਲੇ ਤੱਕ ਸਹੀ ਹੈ, ਕਿਸੇ ਨਾਲ ਲੜਾਈ ਝਗੜਾ ਨਹੀਂ, ਕੋਈ ਕ੍ਰਿਮੀਨਲ ਕੇਸ ਨਹੀਂ ਇਹਨਾਂ ਤੇ। ਇਹਨਾਂ ਨੂੰ ਆਪ ਘਰ ਜਾ ਕੇ ਸਿਟੀਜ਼ਨਸ਼ਿਪ ਦਿੱਤੀ ਜਾਵੇ। ਤੁਸੀਂ ਹੋਰ ਕਹਿੰਦੇ ਹੋ ਅਪਲਾਈ ਕਰੋ, ਉਹ ਕਰੋ। ਅਪਲਾਈ ਕਰੀਏ ਤਾਂ ਸਾਡੇ ਕੇਸ ਨਹੀਂ ਪੁੱਟੋ ਪੰਦੇ, ਕੀ ਕਰੀਏ? ਪਾਸਪੋਰਟ ਵੀ ਰੀਨਿਊ ਕਰਾਉਣ ਵਾਸਤੇ ਕਹਿ ਰਹੇ ਨੇ। ਪਾਸਪੋਰਟ ਵੀ ਉਹ ਫਿਰ ਕਿਵੇਂ ਹੋਣਾ? ਐਮਬੈਸੀ ਤੋਂ ਹੋਣਾ ਜਾਂ ਅਫਗਾਨਿਸਤਾਨ ਜਾ ਕੇ ਹੋਣਾ? ਸਰ ਉਹ ਤਾਂ ਐਮਬੈਸੀ ਤੋਂ ਹੋਏਗਾ, ਜਿਹੜੀ ਦਿੱਲੀ ਵਿੱਚ ਘਰ ਹੈਗੀ ਅਫਗਾਨਿਸਤਾਨ ਐਮਬੈਸੀ। ਲੇਕਿਨ ਉਹਦੇ ਲਈ ਤਸਕੀਰਾ ਚਾਹੀਦਾ ਵਾ। ਤਸਕੀਰਾ ਜਾਣਾ ਉੱਥੇ ਬਣਨ। ਉਹ ਸਾਡੀ ਪਛਾਣ ਕੱਢਣਗੇ ਅਫਗਾਨਿਸਤਾਨ ਤੋਂ 30 ਸਾਲ ਪੁਰਾਣੀ। ਹੁਣ ਤੇ ਕਿੱਥੇ ਕੱਢੇ ਜਾਣਗੇ? ਉੱਥੇ ਤੇ ਐਮਬੈਸੀਆਂ ਬੰਦ ਹੋਈਆਂ ਪਈਆਂ, ਸਾਰੇ ਲੋਕ ਭੱਜੇ ਹੋਏ ਨੇ। ਰਾਸ਼ਟਰਪਤੀ ਚੱਲ ਗਿਆ ਤੇ ਉੱਥੇ ਤਾਂ ਸਰਕਾਰਾਂ ਕਿਤੋਂ ਕੰਮ ਚੱਲ ਜਾਣਾ। ਉਹ ਤੇ ਮੁਲਕ ਹੀ ਤਬਾਹ ਹੋ ਗਿਆ। ਉਹ ਮੁਲਕ ਤਬਾਹ ਹੋ ਗਿਆ। ਅਸੀਂ ਤਾਂ ਪਰੇਸ਼ਾਨ ਹੋ ਗਏ ਵੀ ਉਹ ਮੁਲਕ ਵੀ ਤਬਾਹ ਹੋ ਗਿਆ। ਉੱਥੇ ਤੋਂ ਲੋਕ ਵੀ ਸਾਡੇ ਮਰ ਜਰੇ। ਔਰ ਤੋਂ ਤੁਸੀਂ ਸਾਨੂੰ ਉੱਥੇ ਤੰਗ ਕਰ ਰਹੇ ਹੋ। ਤੁਹਾਨੂੰ ਸਗੋਂ ਚਾਹੀਦਾ ਵਾ ਵੀ ਇਹ ਲੋਕ ਪਰੇਸ਼ਾਨ ਹੈਗੇ ਨੇ। ਇਸ ਤਰ੍ਹਾਂ 30 ਸਾਲ ਇਹ ਪਰੇਸ਼ਾਨ ਹੋ ਕੇ ਐਸੇ ਹੋਰ ਪਰੇਸ਼ਾਨ ਨੇ। ਉਹਨਾਂ ਲੋਕਾਂ ਨੂੰ ਵੀ ਹੌਸਲਾ ਮਿਲੇਗਾ ਵੀ ਜਿਹੜੇ ਨਿਕਲ ਰਹੇ ਨੇ ਵਾਕਈ ਜਿਹੜੇ ਪੁਰਾਣੇ ਲੋਕ ਤੰਗ ਨੇ ਤੇ ਅਸੀਂ ਉੱਥੇ ਜਾ ਕੇ ਕੀ ਕਰਾਂਗੇ। ਇਹਨਾਂ ਨੂੰ ਸਗੋਂ ਸਾਨੂੰ ਹੌਸਲਾ। ਤੁਹਾਨੂੰ ਇੰਨੀ ਚਿਰ ਦੀ ਸਿਟੀਜ਼ਨਸ਼ਿਪ ਤੱਕ ਨਹੀਂ ਮਿਲੀ। ਕੋਈ ਇੱਥੇ ਵੋਟ ਦਾ ਅਧਿਕਾਰ ਸੁਭਾਵਿਕ ਤੌਰ 'ਤੇ ਜੇ ਸਿਟੀਜ਼ਨਸ਼ਿਪ ਨਹੀਂ ਹੈ ਤਾਂ ਵੋਟ ਦਾ ਅਧਿਕਾਰ ਵੀ ਨਹੀਂ। ਜੀ ਬਿਲਕੁਲ। ਅਸੀਂ ਪੰਜਾਬ ਸਰਕਾਰ ਤੋਂ ਤੇ ਭਾਰਤ ਸਰਕਾਰ ਤੋਂ ਇਸ ਚੀਜ਼ ਦੀ ਸਾਡੀ ਨਾਰਾਜ਼ਗੀ ਹੈ ਵੀ ਸਾਨੂੰ ਹਜੇ ਤੱਕ ਕੁਝ ਨਹੀਂ ਮਿਲਿਆ। ਤੋਂ ਉਹ ਸਾਨੂੰ ਦਿੱਤਾ ਜਾਵੇ। ਨਹੀਂ ਦੇ ਸਕਦੇ ਉਹ ਤਾਂ ਸਾਨੂੰ ਜਿੱਦਾਂ ਤੁਸੀਂ ਕਰਨਾ ਕਰ ਲਓ। ਅਸੀਂ ਤੇ ਕਿੱਥੇ ਨਹੀਂ ਜਾਣਾ, ਇੱਥੇ ਹੀ ਰਹਿਣਾ। ਲੱਗਦਾ ਕਦੇ ਕਦੇ ਮਨ ਦੇ ਵਿੱਚ ਇਹ ਵੀ ਆਉਂਦਾ ਹੋਊਗਾ ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ, ਅੱਜ ਵਿੱਚ ਵਿਚਾਲੇ ਫਸੇ ਆ। ਵਿੱਚ ਵਿਚਾਲੇ ਫਸੇ ਆ, ਨਾ ਭਾਰਤ ਦੇ ਆ ਨਾ ਅਫਗਾਨਿਸਤਾਨ ਦੇ। ਅਫਗਾਨਿਸਤਾਨ ਸਰਕਾਰ ਛੱਡ ਕੇ ਭੱਜ ਗਈ ਆਪਣਾ ਬੂਤਾ। ਉੱਥੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਵਾ। ਇੱਥੋਂ ਦੀ ਭਾਰਤ ਸਰਕਾਰ ਕਹਿੰਦੀ ਹੈ ਉੱਥੇ ਜਾਓ। ਅਸੀਂ ਕਿੱਧਰ ਜਾਈਏ? ਅਸੀਂ ਤਾਂ ਸਾਨੂੰ ਸਮਝ ਨਹੀਂ ਆ ਰਹੀ ਵੀ ਜਿਹੜੀ ਕੌਮ ਹੈ ਸਾਡੀ ਮਿਨੋਰਟੀ ਹੈ, ਸਾਨੂੰ ਉਸ ਦੀ ਮਿਨੋਰਟੀ ਸਾਨੂੰ ਅਪਣਾ ਨਹੀਂ ਰਹੀ ਤੇ ਬਾਹਰ ਦੇ ਕੀ ਪੜਾਉਣਗੇ ਸਾਨੂੰ? ਫਿਰ ਤੋਂ ਚੰਗਾ ਤਾਂ ਕੈਨੇਡਾ ਸਰਕਾਰ ਹੈ, ਲੰਡਨ ਸਰਕਾਰ ਹੈ। ਜਿਹੜੇ ਅੱਜ ਸਾਡੀ ਇਹ ਗੱਲ ਤੁਹਾਡੇ ਮੀਡੀਆ ਦੁਆਰਾ ਜੇ ਅੱਜ ਕੈਨੇਡਾ ਸਰਕਾਰ ਤੱਕ ਇਹ ਗੱਲ ਪਹੁੰਚ ਜਾਵੇ ਵੀ ਸਾਡੇ ਸਿੱਖਾਂ ਨਾਲ ਇੱਥੇ ਹਿੰਦੂਆਂ ਨਾਲ ਇਹ ਹੋ ਰਿਹਾ ਵਾ ਤੇ ਫਿਰ ਕੀ ਕਰੇਗਾ ਭਾਰਤ ਸਰਕਾਰ ਦਾ? ਕੀ ਫਾਇਦਾ? ਭਾਰਤ ਸਰਕਾਰ ਤੋਂ ਅਸੀਂ ਅਪੀਲ ਕਰਦੇ ਹਾਂ, ਤੁਸੀਂ ਬਿੱਲ ਪਾਸ ਕੀਤਾ, ਬਹੁਤ ਵਧੀਆ ਗੱਲ ਸੀ। ਅਸੀਂ ਦੀਵਾਲੀ ਮਨਾਈ ਸੀ, ਖੁਸ਼ੀ ਮਨਾਈ ਸੀ। ਤੇ ਲੇਕਿਨ ਤੁਸੀਂ ਘਰ ਘਰ ਜਾ ਕੇ ਜਿਹੜੇ ਲੋਕ ਰੈਗੂਲਰ ਵੀਜ਼ਾ ਲੈ ਚੁੱਕੇ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਸਿਟੀਜ਼ਨਸ਼ਿਪ ਦਿੱਤੀ ਜਾਵੇ ਤਾਂ ਜੋ ਹੋਰ ਉਹ
ਦੁਵਿਧਾ ਦਾ ਸਾਹਮਣਾ ਨਾ ਕਰ ਸਕਣ। ਅੱਛਾ ਸੂਰਬੀਰ ਜੀ, ਜਦੋਂ ਉੱਧਰੋਂ ਇੱਧਰ ਆਏ ਸੀ, ਇੱਧਰ ਆ ਕੇ ਫਿਰ ਕਾਰੋਬਾਰ ਦਾ ਜਿਹੜਾ ਸ਼ੁਰੂਆਤ ਕਰਨੀ ਔਰ ਪੈਰਾਂ 'ਤੇ ਸਟੈਂਡ ਹੋਣਾ, ਉਹ ਕਿੱਦਾਂ ਦੀਆਂ ਮੁਸ਼ਕਲਾਂ, ਕਿਸ ਤਰੀਕੇ ਦੇ ਪੜਾਅ ਤੋਂ ਫਿਰ ਕਿਵੇਂ ਕਾਰੋਬਾਰ ਸਟੈਂਡ ਕੀਤਾ ਸੀ? ਦੇਖੋ ਜੀ, ਪਹਿਲਾਂ ਤਾਂ ਬਹੁਤ ਔਖਾ ਸਮਾਂ ਸੀ ਵਾਲਾ, ਅਤੇ ਫਿਰ ਸਾਨੂੰ ਇੱਥੇ ਦੇ ਕੁਝ ਪੰਜਾਬ ਸਰਕਾਰ ਨੇ ਸਾਡੀ ਸਹਾਇਤਾ ਕੀਤੀ, ਭਾਰਤ ਸਰਕਾਰ ਨੇ, ਅਤੇ ਸਾਨੂੰ ਰੱਖਿਆ। ਅਸੀਂ ਤਾਂ ਫਿਰ ਕਹਿ ਰਹੇ ਹਾਂ ਵੀ ਭਾਰਤ ਸਰਕਾਰ ਤੋਂ ਸਾਡੀ ਕੋਈ ਸਾਨੂੰ ਮਤਲਬ ਦਿੱਕਤ ਨਹੀਂ ਆਈ, ਸਾਨੂੰ ਬਹੁਤ ਵਧੀਆ ਰੱਖਿਆ, ਅਤੇ ਅਸੀਂ ਮਤਲਬ ਸੈਟਿੰਗ ਹੋਏ। ਤਕਲੀਫਾਂ ਝੱਲਣੀਆਂ ਪਈਆਂ, ਕੁਝ ਮਿਹਨਤ ਕਰਨੀ ਪਈ ਆ, ਅਤੇ ਉਹ ਸਮਾਂ ਜ਼ਰੂਰ ਸਾਨੂੰ ਲੱਗਾ, ਅਤੇ ਲੇਕਿਨ ਕੋਈ ਸਮਾਂ ਇਹ ਹੋ ਗਿਆ ਵੀ ਸਾਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ, ਅਤੇ ਸਾਨੂੰ ਭਾਰਤ ਸਰਕਾਰ ਤੋਂ ਇਹ ਮੰਗ ਹੈਗੀ ਹੈ ਵੀ ਸਾਨੂੰ ਸਿਟੀਜ਼ਨਸ਼ਿਪ ਦਿੱਤੀ ਜਾਵੇ ਇੱਥੋਂ ਦੀ। ਕਾਮਯਾਬੀ ਮਿਲੀ ਪਰ ਮਿਹਨਤ ਕਰਨੀ ਪਈ, ਉਹਦੇ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਿਲਕੁਲ ਸਰ, ਬਿਲਕੁਲ। ਅੱਛਾ ਸੂਰਬੀਰ ਜੀ, ਉੱਥੇ ਕਦੀ ਤਾਲਿਬਾਨੀ ਲੜਾਕੂ, ਜਦੋਂ ਤੁਸੀਂ ਹੋਸ਼ ਦੇ ਵਿੱਚ ਸੀਗੇ, 10-12 ਸਾਲ ਦੀ ਉਮਰ ਸੀਗੀ ਦੱਸਦੇ, ਕਦੀ ਤੁਹਾਡੀ ਹੋਸ਼ ਦੇ ਵਿੱਚ ਆਲੇ ਦੁਆਲੇ ਉੱਥੇ ਦੇਖੇ ਸੀਗੇ ਕਿਸ ਤਰੀਕੇ ਦਾ ਵਰਤਾਅ ਕਰਦੇ? ਮੈਂ ਤੇ ਉਮਰ ਛੋਟੀ ਸੀ, ਮੇਰੇ ਫਾਦਰ ਸਾਹਿਬ ਦੱਸਦੇ ਸੀ ਵੀ ਆਪਾਂ ਉਹਨਾਂ ਦੇ ਸਾਹਮਣੇ ਨਹੀਂ ਕਰ ਪਾਏ, ਕਿਉਂਕਿ ਅਸੀਂ ਉਹਨਾਂ ਤੋਂ ਲੁਕਦੇ ਫਿਰਦੇ ਸਾਂ ਵੀ ਕਿਤੇ ਸਾਨੂੰ ਗੋਲੀ ਨਾ ਮਾਰ ਦੇਣ। ਹਾਂ ਬਿਲਕੁਲ। ਇੱਧਰ ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਇੱਥੇ ਸਾਡੇ ਪਰਿਵਾਰ ਦੇ ਵਿੱਚ ਘਰ ਸਾਡੇ ਮਦਰ ਆ, ਸਾਡੀ ਭੈਣ ਆ, ਮੇਰੀ ਭਰਾ ਵਾ, ਮੇਰਾ ਫਾਦਰ ਮੇਰਾ ਐਕਸਪਾਇਰ ਹੋ ਗਿਆ। ਉਹ ਵਿਚਾਰਾ 30 ਸਾਲ ਹੋ ਗਏ ਇਸੇ ਚੀਜ਼ 'ਚ ਵਿਚਾਰਾ ਟੈਨਸ਼ਨਾਂ ਨਾਲ ਹਰ ਸਾਲ ਵਿਚਾਰਾ ਵੀਜ਼ਾ ਲੈਂਦਾ ਸੀ, ਹਰ ਸਾਲ ਸਿਟੀਜ਼ਨਸ਼ਿਪ ਅਪਲਾਈ ਕਰਦਾ ਸੀ। ਉਹੀ ਕੰਮ ਅੱਜ ਮੇਰੇ 'ਤੇ ਆ ਗਿਆ ਵਾ, ਅਤੇ ਕੱਲ੍ਹ ਨੂੰ ਸਾਡੇ ਬੱਚੇ ਵੀ ਇੱਦਾਂ ਕਰਨਗੇ ਵੀ ਸਾਡੇ ਲਈ ਭੱਜਣਗੇ, ਅਤੇ ਫਿਰ ਤਾਂ ਔਖਾ ਵਾ। ਤੇ ਬੱਚਿਆਂ ਨੂੰ ਅੱਗੇ ਦਿੱਕਤ ਆਉਂਦੀ ਹੈ ਸਕੂਲ ਦੇ ਵਿੱਚ ਐਡਮਿਸ਼ਨ ਲੈਣ ਲਈ ਜਾਂ ਕਿਸ ਤਰੀਕੇ ਦੇ ਨਾਲ? ਉਹ ਫਿਰ ਬਿਲਕੁਲ ਬਿਲਕੁਲ। ਹੁਣ ਉਹਦੇ ਲਈ ਸਾਨੂੰ ਆਧਾਰ ਕਾਰਡ ਚਾਹੀਦਾ, ਉਹ ਚਾਹੀਦਾ ਵਾ, ਉਹ ਸਾਡੇ ਕੋਲ ਹੁੰਦੇ ਨਹੀਂ ਹੈ। ਹੁਣ ਚਲੋ 5 ਸਾਡੀ ਇੰਡੀਅਨ, ਉਹਦੇ ਬਿਹਾਵ 'ਤੇ ਸਾਡੀ ਗਰੰਟੀ 'ਤੇ ਉਹ ਸਾਰਾ ਕੁਝ ਮਿਲ ਰਿਹਾ, ਸਾਡੀ ਗਰੰਟੀ ਕੁਝ ਨਹੀਂ। ਅੱਛਾ, ਤੁਹਾਨੂੰ ਕੋਈ ਸਹੂਲਤ ਨਹੀਂ? ਨਹੀਂ, ਕੋਈ ਸਹੂਲਤ ਨਹੀਂ ਹੈ। ਤੁਸੀਂ ਮੰਗ ਕਰਨੀ ਚਾਹੁੰਦੇ ਹੋ ਭਾਰਤ ਸਰਕਾਰ ਤੋਂ? ਅਫਗਾਨਿਸਤਾਨ ਦੇ ਵਿੱਚ ਤਾਂ ਹੁਣ ਜਿੱਦਾਂ ਦੇ ਹਾਲਾਤ ਹੈਗੇ, ਉੱਥੋਂ ਤਾਂ ਮੰਗ ਮੈਨੂੰ ਲੱਗਦਾ ਵੀ ਹਾਲਾਤ ਖਰਾਬ ਹੋ ਚੁੱਕੇ ਨੇ, ਤਾਂ ਕੋਈ ਮੰਗ ਕਰਨੀ ਚਾਹੁੰਦੇ ਹੋ? ਹਾਂਜੀ ਬਿਲਕੁਲ ਜੀ, ਭਾਰਤ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ ਵੀ ਪਹਿਲੇ ਜਿਹੜੇ ਸਾਡੇ ਉੱਥੇ ਭਾਰਤੀ ਹਿੰਦੂ ਸਿੱਖ ਨੇ, ਕਿਉਂਕਿ ਉਹ ਦੁਖੀ ਨੇ, ਉਹਨਾਂ ਨੂੰ ਸਹਾਰਾ ਚਾਹੀਦਾ। ਜਿੱਦਾਂ ਸਾਨੂੰ ਪਹਿਲੇ ਭਾਰਤ ਸਰਕਾਰ ਨੇ ਸਹਾਰਾ ਦਿੱਤਾ ਸੀ, ਅੱਜ ਉਹਨਾਂ ਨੂੰ ਸਹਾਰੇ ਦੀ ਲੋੜ ਆ। ਉਹਨਾਂ ਨੂੰ ਸਹਾਰਾ ਦਿੱਤਾ ਜਾਵੇ, ਉਹਨਾਂ ਨੂੰ ਸਹੀ ਸਲਾਮਤ ਇੱਥੇ ਲਿਆਂਦਾ ਜਾਵੇ, ਤਾਂ ਜੋ ਇੱਕ ਜਿਹੜਾ ਮੁਲਕ ਹੈ, ਜਿਹੜਾ ਅਸਲੀ ਮੁਲਕ, ਉਹ ਆਪਣੀ ਕੌਮ ਨੂੰ ਬਚਾ ਸਕਦੀ ਹੈ, ਕੋਈ ਦੂਸਰਾ ਮੁਲਕ ਨਹੀਂ ਬਚਾ ਸਕਦਾ ਉਸ ਨੂੰ। ਅਤੇ ਉਹਨਾਂ ਨੂੰ ਸਹਾਰਾ ਦਿੱਤਾ ਜਾਵੇ, ਉਹਨਾਂ ਦੇ ਨਾਲ ਨਾਲ ਸਾਨੂੰ ਪੱਕਿਆ ਕੀਤਾ ਜਾਵੇ, ਤਾਂ ਜੋ ਸਾਨੂੰ ਵੀ ਦਿੱਕਤਾਂ ਦਾ ਸਾਹਮਣਾ ਬੜਾ ਕਰਨਾ ਨਾ ਪਵੇ। ਹਾਂਜੀ। ਤਾਂ ਇਹ ਸਨ ਸੂਰਬੀਰ ਸਿੰਘ, ਜੋ ਅੱਜ ਤੋਂ 25 ਸਾਲ ਪਹਿਲਾਂ ਬੇਹੱਦ ਨਾਜ਼ੁਕ ਹਾਲਾਤਾਂ ਦੇ ਵਿੱਚ ਬੰਬਾਂ ਗੋਲੀਆਂ ਦੀ ਬਾਛੜ ਦੇ ਵਿੱਚੋਂ ਬਚ ਕੇ, ਜਾਨ ਬਚਾ ਕੇ ਭਾਰਤ ਪਹੁੰਚੇ ਆਪਣੇ ਪਰਿਵਾਰ ਦੇ ਨਾਲ। ਲੰਮਾ ਸਮਾਂ ਇੱਥੇ ਆ ਕੇ ਮਿਹਨਤ ਕੀਤੀ, ਕਾਮਯਾਬੀ ਵੀ ਮਿਲੀ, ਪਰ ਅੱਜ ਵੀ ਦੁਖਾਂਤ ਆਪਣਾ ਹੀ ਦੱਸਦੇ ਨੇ ਕਿ 25 ਸਾਲ ਹੋ ਚੁੱਕੇ ਨੇ, ਭਾਰਤ ਦੀ ਨਾਗਰਿਕਤਾ ਨਹੀਂ ਮਿਲੀ ਹੈ। ਤਾਂ ਵਾਰ-ਵਾਰ ਸਰਕਾਰੀ ਅਦਾਰਿਆਂ ਤੋਂ ਫੋਨ ਆ ਰਹੇ ਨੇ ਕਿ ਤੁਸੀਂ ਹੁਣ ਦੇਸ਼ ਛੱਡ ਦਿਓ ਜਾਂ ਫਿਰ ਕਿਤੇ ਨਾ ਕਿਤੇ ਆਪਣਾ ਵੀਜ਼ੇ ਦਾ ਅਰੇਂਜਮੈਂਟ ਕਰੋ। ਪਰ ਵੀਜ਼ਾ ਅਰੇਂਜ ਕਰਨ ਦੇ ਵਿੱਚ ਬਹੁਤ ਸਾਰੇ ਕਾਗਜ਼ਾਤ ਇੱਦਾਂ ਦੇ ਬਣਨੇ ਨੇ ਜੋ ਅਫਗਾਨਿਸਤਾਨ ਤੋਂ ਬਣ ਕੇ ਆਉਣੇ ਨੇ, ਔਰ ਅਫਗਾਨਿਸਤਾਨ ਦੇ ਹਾਲਾਤ ਤੁਸੀਂ ਸਾਰਿਆਂ ਨੇ ਦੇਖੇ ਆ, ਤੁਸੀਂ ਜਾਣੂ ਹੋ ਕਿ ਕਿਸ ਤਰੀਕੇ ਦੇ ਨਾਲ ਤਾਲਿਬਾਨ ਦੇ ਵੱਲੋਂ ਕਬਜ਼ਾ ਉੱਥੇ ਕਰ ਲਿਆ ਗਿਆ, ਰਾਸ਼ਟਰਪਤੀ ਖੁਦ ਛੱਡ ਕੇ ਚਲੇ ਗਏ ਨੇ ਮੁਲਕ ਨੂੰ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਉੱਥੋਂ ਕਾਗਜ਼ੀ ਪੱਤਰੀ ਕੰਮ ਕਰਵਾਉਣਾ ਕਿੰਨਾ ਔਖਾ ਹੋ ਸਕਦਾ ਇੱਥੇ ਭਾਰਤ ਬੈਠੇ ਇਨਸਾਨ ਦੇ ਲਈ, ਇਹ ਤੁਸੀਂ ਸੂਰਬੀਰ ਸਿੰਘ ਹੋਰਾਂ ਦੀ ਜ਼ੁਬਾਨੀ ਸੁਣਿਆ। ਤਾਂ ਅੱਜ ਪਰੇਸ਼ਾਨੀ ਦੇ ਵਿੱਚ ਨੇ, ਲਗਾਤਾਰ ਭਾਰਤ ਦੇ ਸਰਕਾਰੀ ਅਦਾਰਿਆਂ ਦੇ ਵੱਲੋਂ ਕਾਲ ਕੀਤੀ ਜਾ ਰਹੀ ਹੈ ਕਿ ਜਾਂ ਤਾਂ ਸਾਨੂੰ ਆਪਣੇ ਕਾਗਜ਼ ਪੱਤਰ ਦਿਓ, ਵੀਜ਼ਾ ਦਿਓ, ਨਹੀਂ ਤਾਂ ਤੁਸੀਂ ਅਫਗਾਨਿਸਤਾਨ ਵਾਪਸ ਚਲੇ ਜਾਓ। ਤਾਂ ਬੇਹੱਦ ਪਰੇਸ਼ਾਨ ਨੇ, ਮਾਤਾ ਜੀ ਵੀ ਬਿਮਾਰ ਦੱਸ ਰਹੇ ਨੇ, ਚੱਲ ਹੋ ਗਏ ਨੇ ਇਸੇ ਪਰੇਸ਼ਾਨੀ ਦੇ ਆਲਮ ਦੇ ਵਿੱਚ। ਤਾਂ ਮੰਗ ਭਾਰਤ ਸਰਕਾਰ ਤੋਂ ਇਹੀ ਕੀਤੀ ਜਾ ਰਹੀ ਹੈ ਕਿ ਅਜਿਹੇ ਹਾਲਾਤਾਂ ਦੇ ਵਿੱਚ ਸਾਡੇ ਨਾਲ ਅਜਿਹਾ ਵਰਤਾਓ ਨਾ ਕੀਤਾ ਜਾਵੇ, ਸਾਨੂੰ ਦੇਸ਼ ਤੋਂ ਨਾ ਕੱਢਿਆ ਜਾਵੇ, ਸਾਨੂੰ ਸਮਾਂ ਦਿੱਤਾ ਜਾਵੇ, ਸਾਨੂੰ ਮੌਲਤ ਦਿੱਤੀ ਜਾਵੇ, ਤਾਂ ਜੋ ਅਸੀਂ ਇਸ ਕਾਰਵਾਈ ਨੂੰ ਅੱਗੇ ਕਰ ਸਕੀਏ ਕਾਨੂੰਨੀ ਤੌਰ ਦੇ ਉੱਤੇ। ਔਰ ਅਪੀਲ ਸਰਕਾਰ ਨੂੰ ਇਹ ਵੀ ਕੀਤੀ ਜਾ ਰਹੀ ਕਿ ਅਸੀਂ 25 ਸਾਲ ਤੋਂ ਭਾਰਤ ਦੇ ਵਿੱਚ ਰਹਿ ਰਹੇ ਹਾਂ, ਇੱਥੋਂ ਮੁਲਕ ਦਾ ਖਾ ਰਹੇ ਹਾਂ, ਤਾਂ ਇਸ ਮੁਲਕ ਦੇ ਵਿੱਚ ਰਹਿਣ ਦਾ ਹੱਕ ਦਿੱਤਾ ਜਾਵੇ, ਸਾਨੂੰ ਨਾਗਰਿਕਤਾ ਵੀ ਦਿੱਤੀ ਜਾਵੇ। ਵੱਡੀ ਗੱਲ ਹੈ ਕਿ ਇਹਨਾਂ ਦੇ ਬੱਚਿਆਂ ਦੀ ਵੀ ਜਦੋਂ ਐਡਮਿਸ਼ਨਸ ਕਰਵਾਉਂਦੇ ਨੇ ਤਾਂ ਵਾਈਫ ਇੰਡੀਅਨ ਹੋਣ ਕਾਰਨ ਉਹਨਾਂ ਦੇ ਡਾਕੂਮੈਂਟਸ ਲੱਗਦੇ ਨੇ ਕਿ ਔਰ ਬਾਪ ਦੇ ਡਾਕੂਮੈਂਟਸ ਉੱਥੇ ਵਰਤੋਂ ਦੇ ਵਿੱਚ ਨਹੀਂ ਆ ਰਹੇ, ਕਿਉਂਕਿ ਬਾਪ ਅਫਗਾਨਿਸਤਾਨ ਦੀ ਨਾਗਰਿਕਤਾ ਦੇ ਬਿਹਾਫ ਦੇ ਉੱਤੇ ਇੱਥੇ ਰਹਿ ਰਹੇ ਨੇ ਔਰ ਉਹਨਾਂ ਦੇ ਕੋਲ ਵੀਜ਼ਾ 6-6 ਮਹੀਨੇ ਦਾ ਐਕਸਟੈਂਡ ਕਰਵਾ ਰਹੇ ਨੇ, ਪਰ ਹੁਣ ਵੀਜ਼ਾ ਮੁੱਕਣ ਦੇ ਕਾਰਨ ਇਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਅਪੀਲ ਸਾਡੀ ਵੀ ਭਾਰਤ ਸਰਕਾਰ ਨੂੰ ਇਹੀ ਹੈ ਕਿ ਜੋ ਲੰਮੇ ਸਮੇਂ ਤੋਂ ਭਾਰਤ ਦੀ ਧਰਤੀ ਦੇ ਉੱਤੇ ਰਹਿ ਰਹੇ ਨੇ, ਉਹਨਾਂ ਦੀ ਚੰਗੀ ਤਰ੍ਹਾਂ ਇਨਕੁਆਇਰੀ ਕਰਨ ਤੋਂ ਬਾਅਦ, ਕਾਨੂੰਨੀ ਪ੍ਰਕਿਰਿਆ ਨੂੰ ਫੋਲੋ ਕਰਨ ਤੋਂ ਬਾਅਦ, ਜੇਕਰ ਨਾਗਰਿਕਤਾ ਦਾ ਅਧਿਕਾਰ ਇਹਨਾਂ ਦਾ ਬਣਦਾ ਹੈ ਤਾਂ ਜ਼ਰੂਰ ਇਹਨਾਂ ਨੂੰ ਨਾਗਰਿਕਤਾ ਦੇਣੀ ਚਾਹੀਦੀ ਹੈ, ਤਾਂ ਜੋ ਇਹਨਾਂ ਨੂੰ ਅਜਿਹੇ ਹਾਲਾਤਾਂ ਦੇ ਵਿੱਚ ਮੁੜ ਅਫਗਾਨਿਸਤਾਨ ਨਾ ਜਾਣਾ ਪਵੇ ਔਰ ਮੁੜ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਅੰਮ੍ਰਿਤਸਰ।